हिल जोल के चौहां श्रैणियां नूं ते नवें मोड़ वल कौम नूं मोड़ दिता। ऐसी मुर्दिया दिलां विच जान पाई ते फड़ के चिड़ी ने बाज मरोड़ दिता। एक हाथ माला दूजे तेग दे के ते शक्ति भक्ति नूं कठिया जोड़ दिता। गूंजा वांग कुरला के अज लोकी कलकी वाले नूं एवें नहीं याद कर दे। वो तां हर वेले हो ही आखदे सी मेरे मालिका पूरी फरियाद कर दे। हो मेरा पिता लिया मेरे पुत लैला ते मेरा बस दा कर बर्बाद कर दे। हो चुन ला दे नाल परिवार मेरा पर खालसा पंथ आजाद कर दे। बाजा वालिया जावा करबान माही नीले वालिया। जालम दे हथों आया तंग जमाना। औरंगे जालम दे हथों आया तंग जमाना। पिता तोरिया दिल्ली नूं सी बन शहीदी गाना। पिता तोरिया दिल्ली नूं सी बन शहीदी गाना। दुखियां दा भार दुखियां दा भार सिर ते उठा लिया। जावा करबान तैथों बाजा वालिया जावा करबान माही नीले वालिया।
ਸਰਸਾ ਨਦੀ ਦੇ ਕੰਢੇ ਦਾਤਾ ਰਾਤ ਕਹਿਰ ਦੀ ਆਈ। ਸਰਸਾ ਨਦੀ ਦੇ ਕੰਢੇ ਦਾਤਾ ਰਾਤ ਕਹਿਰ ਦੀ ਆਈ। ਸਰਸਾ ਨਦੀ ਦੇ ਕੰਢੇ ਦਾਤਾ ਰਾਤ ਕਹਿਰ ਦੀ ਆਈ। ਮਾਤਾ ਪਿਤਾ ਤੇ ਪੁੱਤਰ ਵਿਛੜੇ ਭਾਈਆਂ ਨਾਲੋਂ ਪਾਈ। ਮਾਤਾ ਪਿਤਾ ਤੇ ਪੁੱਤਰ ਵਿਛੜੇ ਭਾਈਆਂ ਨਾਲੋਂ ਪਾਈ। ਓ ਸਰਸਾ ਦੇ ਕੰਢੇ ਸਰਸਾ ਦੇ ਕੰਢੇ ਜੰਗ ਸੀ ਮਚਾਲਿਆ ਜਾਵਾਂ ਕੁਰਬਾਨ ਤੈਥੋਂ ਬਾਜਾਂ ਵਾਲਿਆ। ਜਾਵਾਂ ਕੁਰਬਾਨ ਮਾਹੀ ਨੀਲੇ ਵਾਲਿਆ। ਚਮਕੌਰ ਨੂੰ ਤੁਰ ਪਏ ਛੱਡ ਗੜੀ ਚਮਕੌਰ ਨੂੰ ਤੁਰ ਪਏ। ਸਤਿਗੁਰ ਕਲਗੀਆਂ ਵਾਲੇ ਛੱਡ ਗੜੀ ਚਮਕੌਰ ਨੂੰ ਤੁਰ ਪਏ। ਸਤਿਗੁਰ ਕਲਗੀਆਂ ਵਾਲੇ ਛੱਡ ਗੜੀ ਚਮਕੌਰ ਨੂੰ ਤੁਰ ਪਏ। ਸਤਿਗੁਰ ਕਲਗੀਆਂ ਵਾਲੇ ਯਾਰ ਸਥਰ ਦਾ ਕਹਿ ਕੇ ਪੈ ਗਏ ਪੈਰਾਂ ਦੇ ਵਿੱਚ ਛਾਲੇ। ਯਾਰ ਸਥਰ ਦਾ ਕਹਿ ਕੇ ਪੈ ਗਏ ਪੈਰਾਂ ਦੇ ਵਿੱਚ ਛਾਲੇ। ਟਿੰਡ ਦਾ ਸਰਾਣਾ ਟਿੰਡ ਦਾ ਸਰਾਣਾ ਸੀਸ ਥੱਲੇ ਲਾ ਲਿਆ। ਜਾਵਾਂ ਕੁਰਬਾਨ ਤੈਥੋਂ ਬਾਜਾਂ ਵਾਲਿਆ। ਜਾਵਾਂ ਕੁਰਬਾਨ ਮਾਹੀ ਨੀਲੇ ਵਾਲਿਆ। तुम दाते ठाकर प्रतिपालक नायक खसम हमारे। निमख निमख तुम ही प्रतिपालो हम बारक तुमरे धारे। जेबा एक कवन गुण कहिए बेशुमार बेअंत सुआमी। तेरो अंत न किन्ही लहिए दे पावन महावाक अनुसार। चवर छत्र तख्त दे मालक दो जहान दे वाली साहिब श्री गुरु ग्रंथ साहब महाराज जी दे पावन पवित्र दरबार अंदर अपने जीवन दियां घड़ियां नूं सफलिया करन वास्ते सतसंग दा रूप बन के गुरु के पावन दरबार विच बैठ के शामां दे समय तो लेके हुण तक बबाणियां कहानियां पुत सुपुत करेन दे पावन महावाक अनुसार अपने वड्डे वडेरियां दी पावन पवित्र बाणी अपने वड्डे वडेरियां दा शानामती इतिहास श्रवण करके अपने जीवन नूं वड भागा ते धनता दे योग बनाउण वास्ते यतन कर रहे हैं। एक बार सुमतियां संगतां प्यार का सबूत दिओ अपनी अते दासरे दे ढाडी जत्थे दी हाज़री गुरु पातशाह दे पावन चरनां विच लवाउण वास्ते जोड़ के दो हाथ मार के चौंकड़े झुका के सीस ते गज के गजाओ जी वाहेगुरू जी का खालसा वाहेगुरू जी की फतेह।
ਵਡ ਭਾਗਿਆ ਅਸੀਂ ਕਿ ਨਗਰ ਝੀਂਗੜ ਕਲਾਂ ਦੀਆਂ ਸਮੁੱਚੀਆਂ ਸਿੱਖ ਸੰਗਤਾਂ ਨੇ ਰਲ ਮਿਲ ਕੇ ਕਲਗੀਧਰ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੇ ਪਰਿਵਾਰ ਦੀਆਂ ਸ਼ਹੀਦੀਆਂ ਨੂੰ ਮੁੱਖ ਰੱਖਦਿਆਂ ਹੋਇਆ ਉਹਨਾਂ ਨੂੰ ਸੱਚੀ ਅਤੇ ਸੁੱਚੀ ਸ਼ਰਧਾਂਜਲੀ ਦੇਣ ਵਾਸਤੇ ਮਹਾਨ ਸ਼ਹੀਦੀ ਗੁਰਮਤਿ ਸਮਾਗਮ ਸਜਾਇਆ ਹੈ। ਉਸ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੀ ਯਾਦ ਵਿੱਚ ਆਪਾਂ ਜੁੜ ਕੇ ਬੈਠੇ ਹਾਂ ਪਿਆਰੀ ਸਾਧ ਸੰਗਤ ਜੀ, ਜਿਹਦੀ ਬਾਬਤ ਕਿਸੇ ਵਿਦਵਾਨ ਨੇ ਬੜਾ ਪਿਆਰਾ ਜ਼ਿਕਰ ਕੀਤਾ ਹੈ। ਉਹ ਲਿਖਦਾ ਹੈ, ਹੋਣ ਪਈਆਂ ਗੱਲਾਂ ਅੱਜ ਧਰਤੀ ਆਕਾਸ਼ ਤੇ, ਵਿਦਵਾਨ ਨੇ ਰਚਨਾ ਦੇ ਵਿੱਚ ਜਾਣ ਪਾ ਦਿੱਤੀ। ਕਹਿੰਦਾ ਧਰਤੀ ਦੇ ਉੱਤੇ, ਆਕਾਸ਼ ਦੇ ਉੱਤੇ, ਧਰਤੀ ਤੇ ਲੋਕ, ਆਕਾਸ਼ ਦੇ ਉੱਤੇ ਦੇਵਤੇ ਇੱਕ ਦੂਜੇ ਨਾਲ ਗੱਲਾਂ ਕਰ ਰਹੇ ਨੇ ਕਿ ਧਰਤੀ ਮਾਂ ਦੀ ਛਾਤੀ ਉੱਤੇ ਕਿਸੇ ਰਹਿਬਰ ਨੇ ਆਪਣੀ ਕੌਮ ਨੂੰ ਬਚਾਉਣ ਵਾਸਤੇ ਕਿੰਨੀ ਵੱਡੀ ਕੁਰਬਾਨੀ ਦਿੱਤੀ ਹੈ। ਉਹ ਵਿਦਵਾਨ ਲਿਖਦਾ ਏ, ਕਹਿੰਦਾ ਹੋਣ ਪਈਆਂ ਗੱਲਾਂ ਅੱਜ ਧਰਤੀ ਆਕਾਸ਼ ਤੇ, ਖਫਨ ਨਾ ਪਾਇਆ ਜਿਨੇ ਪੁੱਤਰਾਂ ਦੀ ਲਾਸ਼ ਤੇ। ਉਸ ਗੁਰੂ ਦੀਆਂ ਗੱਲਾਂ ਕਰਦੇ ਨੇ ਜਿਸ ਗੁਰੂ ਨੂੰ ਅਕਾਲ ਪੁਰਖ ਪ੍ਰਮਾਤਮਾ ਨੇ 4 ਪੁੱਤਰਾਂ ਦੀਆਂ ਦਾਤਾਂ ਦਿੱਤੀਆਂ। ਕਲਗੀਧਰ ਗੁਰਦੇਵ ਪਾਤਸ਼ਾਹ ਦੇ ਪਰਿਵਾਰ ਤੇ ਕਿਹੋ ਜਿਹਾ ਸਮਾਂ ਆਇਆ, ਸਤਿਗੁਰੂ ਮਹਾਰਾਜ ਆਪਣੇ 4 ਪੁੱਤਰਾਂ ਦੇ ਸਰੀਰ ਉੱਤੇ ਪਿਆਰੀ ਸਾਧ ਸੰਗਤ ਚਿੱਟੇ ਰੰਗ ਦਾ ਕੱਪੜਾ ਨਾ ਪਾ ਸਕੇ, ਜਿਹਨੂੰ ਆਪਾਂ ਪੰਜਾਬੀ ਭਾਸ਼ਾ ਵਿੱਚ ਖੱਫਣ ਆਖਦੇ ਹਾਂ। ਸੰਸਾਰ ਦੇ ਵਿੱਚ ਕੋਈ ਗਰੀਬ ਪਿਓ ਹੋਵੇ, ਗਰੀਬ ਮਾਂ ਹੋਵੇ, ਬੇਸ਼ੱਕ ਉਹਨਾਂ ਦੇ ਘਰ ਦੇ ਚੁੱਲ੍ਹੇ ਵਿੱਚ ਅੱਗ ਨਾ ਬਲਦੀ ਹੋਵੇ, ਉਹਨਾਂ ਦੇ ਘਰ ਦੇ ਵਿੱਚ ਕੋਈ ਟੱਕਾ ਨਾ ਹੋਵੇ, ਪਰ ਗਰੀਬ ਤੋਂ ਗਰੀਬ ਮਾਂ ਪਿਓ ਵੀ ਇਹ ਚਾਹੁੰਦੇ ਆ ਕਿ ਸਾਡੇ ਪੁੱਤ ਦੇ ਸਰੀਰ ਉੱਤੇ ਚਿੱਟਾ ਕੱਪੜਾ ਪਾਇਆ ਜਾਵੇ। ਹਰ ਇੱਕ ਕੋਈ ਆਪਣੇ ਪਰਿਵਾਰ ਦੇ ਜੀ ਨੂੰ ਜਾਣ ਤੋਂ ਪਹਿਲਾਂ ਚਿੱਟੇ ਕੱਪੜੇ ਨਾਲ ਢੱਕਦਾ ਏ, ਪਰ ਕਲਗੀਧਰ ਗੁਰਦੇਵ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੂੰ ਤਖਤਾਂ ਤੇ ਤਾਜਾਂ ਦੇ ਮਾਲਕ ਆਖਿਆ ਜਾਂਦਾ ਏ, ਜਿਹਨੂੰ ਸ਼ਹਿਨਸ਼ਾਹ ਦੇ ਸ਼ਹਿਨਸ਼ਾਹ ਆਖਿਆ ਜਾਂਦਾ ਏ, ਜਿਨ੍ਹਾਂ ਨੂੰ ਪੀਰਾਂ ਦੇ ਪੀਰ ਆਖਿਆ ਜਾਂਦਾ ਏ, ਕੌਮ ਦਾ ਕਰਜ਼ ਆਪਣੇ ਸਿਰ ਦੇ ਉੱਤੋਂ ਉਤਾਰਨ ਵਾਸਤੇ ਕਲਗੀਧਰ ਗੁਰਦੇਵ ਪਾਤਸ਼ਾਹ ਮਹਾਰਾਜ ਨੇ ਆਪਣੇ ਪੁੱਤਰਾਂ ਦੇ ਸਰੀਰ ਉੱਤੇ ਚਿੱਟੇ ਰੰਗ ਦਾ ਕੱਪੜਾ ਵੀ ਨਾ ਪਾਇਆ। ਧੰਨ ਜਿਗਰਾ ਕਲਗੀਧਰ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦਾ 2 ਪੁੱਤਰ 8 ਪੋਹ ਸਨ 1704 ਈਸਵੀ ਨੂੰ ਕੌਮ ਤੋਂ ਕੁਰਬਾਨ ਕਰਕੇ ਚਮਕੌਰ ਦੀ ਕੱਚੀ ਹਵੇਲੀ ਅੰਦਰ ਬੈਠ ਕੇ ਇਹ ਗੱਲ ਕਹਿ ਦੇਣੀ, ਪੰਥ ਬਸੇ ਮੈਂ ਉਜੜਾ ਮਨ ਚਾਉ ਕਨੇਰਾ। ਵਿਦਵਾਨ ਲਿਖਦਾ ਏ, ਵਾਹੋ ਵਾਹੋ ਗੋਬਿੰਦ ਸਿੰਘ ਧੰਨ ਤੇਰਾ ਜੀਰਾ। ਇਹ ਤੇ ਜੀਰਾ ਕਲਗੀਆਂ ਵਾਲੇ ਦਾ ਨਾ, ਜਿਹੜਾ ਆਪਣੇ 2 ਪੁੱਤਰ ਕੁਰਬਾਨ ਚਮਕੌਰ ਦੀ ਧਰਤੀ ਅਤੇ ਕੌਮ ਉੱਤੋਂ ਕਰਕੇ ਕਹਿੰਦਾ ਕਿ ਮੈਂ ਬੇਸ਼ੱਕ ਉਜੜਦਾ ਤੇ ਉਜੜ ਜਾਵੇ, ਪਰ ਪੰਥ ਵਸਦਾ ਰਹਿਣਾ ਚਾਹੀਦਾ ਏ। ਜਿਹੜਾ ਗੁਰੂ ਆਪਣੀ ਮੁਬਾਰਕ ਰਸਨਾ ਤੋਂ ਇਹ ਗੱਲ ਕਹਿੰਦਾ ਏ, ਉਸ ਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ ਦਾ ਧਿਆਨ ਧਰ ਕੇ ਗੱਜ ਕੇ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ। ਗੁਰਦੇਵ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਨ, ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਆਪ ਸਿੱਖ ਸੰਗਤਾਂ ਦੇ ਦਰਸ਼ਨਦਾਰੇ ਕਰਨ ਵਾਸਤੇ ਦਾਦਾ ਢਾਡੀ ਜੱਥਾ ਹਾਜ਼ਰ ਹੋਇਆ ਏ। ਇੱਕ ਮੈਂ ਬੇਨਤੀ ਕਰ ਦੇਵਾਂ, ਜਿਹੜੇ ਸਤਿਕਾਰਯੋਗ ਵੀਰ, ਜਿਹੜੀਆਂ ਸਤਿਕਾਰਯੋਗ ਭੈਣਾਂ ਗੁਰੂ ਪਾਤਸ਼ਾਹ ਦੇ ਪਾਵਨ ਦਰਬਾਰ ਅੰਦਰ ਆ ਕੇ ਸੇਵਾਵਾਂ ਕਰ ਰਹੇ ਆ, ਉਹ ਧੰਨਤਾ ਦੇ ਯੋਗ ਨੇ, ਪਰ ਜਿਹੜੇ ਸੇਵਾਵਾਂ ਨਹੀਂ ਕਰ ਰਹੇ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਏ, ਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਆ ਕੇ ਬੈਠੋ ਤੇ ਗੁਰੂ ਕੇ ਪਾਵਨ ਚਰਨਾਂ ਵਿੱਚ ਬੈਠ ਕੇ ਹਾਜ਼ਰੀਆਂ ਲਵਾ ਕੇ ਕਲਗੀਧਰ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੇ ਪਰਿਵਾਰ ਨੂੰ ਸ਼ਰਧਾ ਦੇ ਫੁੱਲ ਆਪਾਂ ਭੇਟ ਕਰੀਏ। ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਹਾਜ਼ਰ ਹੋਇਆ ਏ, ਮਨ ਬਿਰਤੀਆਂ ਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ ਨਾਲ ਜੋੜੋ ਤੇ ਗੱਜ ਕੇ ਕਹਿ ਦਿਓ ਸਤਿਨਾਮ ਸ੍ਰੀ ਵਾਹਿਗੁਰੂ। ਅੱਜ ਆ ਪਿਆਰੀ ਸਾਧ ਸਿੰਘ ਜੀ 10 ਪੋਹ ਤੇ 25 ਦਸੰਬਰ ਕਲਗੀਧਰ ਗੁਰਦੇਵ ਪਾਤਸ਼ਾਹ ਮਹਾਰਾਜ ਅੱਜ ਦੇ ਦਿਨ ਕਿਹੜੇ ਥਾਂ ਨੂੰ ਭਾਗ ਲਾ ਰਿਹਾ, ਇੱਥੋਂ ਇਤਿਹਾਸ ਦੀ ਲੜੀ ਮਿਆਦ ਸਿੱਖ ਸੰਗਤਾਂ ਦੇ ਨਾਲ ਪ੍ਰਾਰੰਭ ਕਰਾਂਗੇ। ਹਜ਼ੂਰ ਗੁਰਦੇਵ ਪਾਤਸ਼ਾਹ ਮਹਾਰਾਜ ਚਮਕੌਰ ਦੀ ਕੱਚੀ ਹਵੇਲੀ ਦੇ ਵਿੱਚੋਂ ਪਿਆਰੀ ਸਾਧ ਸਿੰਘ ਦੀ 8 ਪੋਹ ਦੀ ਰਾਤ ਨੂੰ ਪੰਥ ਦਾ ਹੁਕਮ ਪ੍ਰਵਾਨ ਕਰਕੇ 3 ਸਿੰਘ ਲੈ ਕੇ ਭਾਈ ਦਇਆ ਸਿੰਘ
ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਨੂੰ ਚਮਕੌਰ ਦੀ ਕੱਚੀ ਹਵੇਲੀ ਵਿੱਚੋਂ ਤਾੜੀ ਵਜਾ ਕੇ ਦੁਸ਼ਮਣ ਨੂੰ ਲਲਕਾਰ ਕੇ ਤੇ ਬਾਹਰ ਨਿਕਲ ਜਾਂਦੇ ਆ। ਹਜ਼ੂਰ ਚਮਕੌਰ ਤੋਂ ਤੁਰੇ ਤੇ ਪਿੰਡ ਕੀੜੀ ਆ ਗਏ, ਕੀੜੀ ਤੋਂ ਤੁਰੇ ਤੇ ਪਿੰਡ ਬਹਲੋਲ, ਬਹਲੋਲ ਤੋਂ ਤੁਰੇ ਤੇ ਗੁਰਦੇਵ ਪਾਤਸ਼ਾਹ ਮਹਾਰਾਜ ਮਾਛੀਵਾੜੇ ਦੇ ਜੰਗਲਾਂ ਵਿੱਚ ਆ ਕੇ ਪਹੁੰਚਦੇ ਨੇ, ਜਿੱਥੇ ਗੁਲਾਬੇ ਤੇ ਪੰਜਾਬੇ ਦਾ ਖੂਹ ਵਗ ਰਿਹਾ ਏ। ਗੁਰਦੇਵ ਪਾਤਸ਼ਾਹ ਮਹਾਰਾਜ ਨੇ ਕੀ ਤੱਕਿਆ, ਖੂਹ ਉੱਤੇ ਕਮਾਲ ਪਈ ਏ। ਹਜ਼ੂਰ ਨੇ ਸੰਭਾਲ ਦੇ ਨਾਲੋਂ ਟਿੰਡ ਖੋਲੀ, ਇਸ ਟਿੰਡ ਦੇ ਨਾਲ ਮੇਰੇ ਗੁਰਦੇਵ ਪਾਤਸ਼ਾਹ ਮਹਾਰਾਜ ਨੇ ਜਲ ਛਕਿਆ। ਜਲ ਛਕ ਕੇ ਇਸ ਖੂਹ ਦੇ ਕਿਨਾਰੇ ਉੱਤੇ ਗੁਰਦੇਵ ਪਾਤਸ਼ਾਹ ਮਹਾਰਾਜ ਨੇ ਰੋੜਾਂ ਦੀ ਸੇਜ ਵਿਛਾਈ, ਕਾਈ ਦੀ ਸੇਜ ਵਿਛਾਈ, ਕੰਡਿਆਂ ਦੀ ਸੇਜ ਵਿਛਾਈ। ਗੁਰਦੇਵ ਪਾਤਸ਼ਾਹ ਮਹਾਰਾਜ ਉਹ ਟਿੰਡ ਆਪਣੇ ਸਿਰਹਾਣੇ ਰੱਖ ਕੇ ਕਈਆਂ ਦਿਨਾਂ ਦਾ ਨੀਂਦਰਾ ਉਤਾਰਨ ਵਾਸਤੇ, ਰਸਤੇ ਦੇ ਥਕੇਵੇਂ ਨੂੰ ਦੂਰ ਕਰਨ ਵਾਸਤੇ ਗੁਰਦੇਵ ਪਾਤਸ਼ਾਹ ਮਹਾਰਾਜ ਅੱਜ ਕੰਡਿਆਂ ਦੀ ਸੇਜ ਵਿਛਾ ਕੇ ਤੇ ਸੌਂ ਜਾਂਦੇ ਨੇ। ਹਜ਼ੂਰ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਸੁੱਤੇ। ਕਿਸੇ ਵਿਦਵਾਨ ਦੇ ਕਲਮ ਨੇ ਲਿਖਿਆ ਹੈ ਕਿ ਕਿਤੇ ਗੁਰਦੇਵ ਪਾਤਸ਼ਾਹ ਮਹਾਰਾਜ ਆਨੰਦਪੁਰ ਸਾਹਿਬ ਦੀ ਧਰਤੀ ਉੱਤੇ ਸੌਂਦੇ ਸਨ। ਜੇ ਕਿਤੇ ਚਾਦਰ ਵਿੱਚ ਵੱਟ ਰਹਿ ਜਾਂਦਾ ਸੀ, ਹਜ਼ੂਰ ਨੂੰ ਸਾਰੀ ਰਾਤ ਨੀਂਦ ਨਹੀਂ ਸੀ ਆਉਂਦੀ। ਅੱਜ ਗੁਰਦੇਵ ਪਾਤਸ਼ਾਹ ਮਹਾਰਾਜ ਨੂੰ ਕੰਡਿਆਂ ਦੀ ਸੇਜ ਉੱਤੇ ਨੀਂਦ ਕਿਉਂ ਆਈ? ਕਿਉਂਕਿ ਸਾਡੇ ਵਿੱਚੋਂ ਕਈ ਵੀਰ ਐਸੇ ਹੋਣਗੇ ਜਿਨ੍ਹਾਂ ਦੇ ਸਿਰ ਉੱਤੇ ਸਰਕਾਰ ਦਾ ਕਰਜ਼ਾ ਚੜਿਆ ਹੋਵੇਗਾ, ਤੇ ਜਿਨ੍ਹਾਂ ਦੇ ਸਿਰ ਉੱਤੇ ਸਰਕਾਰ ਦਾ ਕਰਜ਼ਾ ਚੜਿਆ ਹੋਵੇਗਾ ਨਾ, ਪਿਆਰੀ ਸਾਧ ਸੰਗੀ, ਉਹਨਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ। ਤੇ ਜਿਹੜੇ ਆਪਣੇ ਸਿਰ ਉੱਤੋਂ ਸਰਕਾਰ ਦਾ ਕਰਜ਼ਾ ਲਾਹ ਦੇਣਗੇ, ਫਿਰ ਬੇਫਿਕਰੀ ਦੀ ਨੀਂਦ ਸੌਂ ਜਾਣਗੇ। ਅੱਜ ਕਲਗੀਧਰ ਗੁਰਦੇਵ ਪਾਤਸ਼ਾਹ ਮਹਾਰਾਜ ਨੂੰ ਕੰਡਿਆਂ ਦੀ ਸੇਜ ਉੱਤੇ ਨੀਂਦ ਕਿਉਂ ਆਈ? ਕਿਉਂਕਿ ਗੁਰਦੇਵ ਪਾਤਸ਼ਾਹ ਮਹਾਰਾਜ ਨੇ ਕੌਮ ਦੇ ਕਰਜ਼ੇ ਦੀਆਂ 2 ਕਿਸ਼ਤਾਂ ਚਮਕੌਰ ਦੀ ਧਰਤੀ ਉੱਤੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਕੌਮ ਉੱਤੋਂ ਵਾਰ ਕੇ ਤੇ 2 ਕਿਸ਼ਤਾਂ ਜਿਹੜੀਆਂ ਸਨ ਕਰਜ਼ੇ ਦੀਆਂ ਉਤਾਰ ਦਿੱਤੀਆਂ ਕੰਡਿਆਂ ਦੀ ਸੇਜ ਉੱਤੇ। ਮੇਰੇ ਗੁਰਦੇਵ ਪਾਤਸ਼ਾਹ ਮਹਾਰਾਜ ਮਾਛੀਵਾੜੇ ਦੇ ਜੰਗਲਾਂ ਵਿੱਚ ਇਉਂ ਸੁੱਤੇ ਨੇ। ਜੀਵੇ ਪਟਨੇ ਵਾਲਿਆ ਚੰਨ ਮਾਇਆ, ਤੇ ਕੁਝ ਯਾਦ ਹੈ ਬੀਤੀ ਬਤਾਈ ਤੈਨੂੰ। ਗਲੀਆਂ ਭਰੇ ਰੰਗੀਨ ਪੰਘੂੜਿਆਂ ਤੇ ਰਹੀ ਲੋਰੀਆਂ ਦੇਵਦੀ ਦਾਈ ਤੈਨੂੰ। ਰੱਤਾ ਰਹਿ ਗਿਆ ਵੱਟ ਦੇ ਬਿਸਤਰੇ ਤੇ ਮਾਂ ਨੇ ਰੱਖਿਆ ਰਾਤ ਜਗਾਈ ਤੈਨੂੰ। ਮੈਂ ਹੈਰਾਨ ਹਾਂ ਗੁਜਰੀ ਦੇ ਸੋਲ ਫੁੱਲਾਂ ਵਿੱਚ ਨਾ, ਮੈਂ ਹੈਰਾਨ ਹਾਂ ਗੁਜਰੀ ਦੇ ਸੋਲ ਚੰਨਾ, ਤੇ ਨੀਂਦ ਸੂਲਾਂ ਤੇ ਕਿਸ ਤਰ੍ਹਾਂ ਆਈ ਤੈਨੂੰ। ਤੇ ਨੀਂਦ ਸੂਲਾਂ ਤੇ ਕਿਸ ਤਰ੍ਹਾਂ ਆਈ ਤੈਨੂੰ। ਗੁਰਦੇਵ ਪਾਤਸ਼ਾਹ ਮਹਾਰਾਜ ਜੀ ਕੰਡਿਆਂ ਦੀ ਸੇਜ ਉੱਤੇ ਟਿੰਡ ਦਾ ਸਿਰਹਾਣਾ ਲਾ ਕੇ ਪਿਆਰੀ ਸਾਧ ਸੰਗੀ ਸੌਂ ਜਾਂਦੇ ਆ। ਦਿਨ ਚੜਿਆ, ਇਸੇ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਗੁਰਦੇਵ ਪਾਤਸ਼ਾਹ ਮਹਾਰਾਜ ਨਾਲੋਂ ਵਿਛੜੇ ਹੋਏ ਚਮਕੌਰ ਦੀ ਧਰਤੀ ਉੱਤੇ 3 ਸਿੱਖ ਤਾਰੇ ਦੀ ਸੇਧ ਉੱਤੇ ਆ ਕੇ ਇਕੱਠੇ ਹੋਏ।
ਬਾਗ ਦੇ ਰਾਖੇ ਨੂੰ ਪੁੱਛਣਾ ਕੀਤਾ, ਸਾਡੇ ਤੋਂ ਪਹਿਲਾਂ ਕੋਈ ਸਾਡੇ ਵਰਗਾ ਆਇਆ ਏ? ਬਾਗ ਦਾ ਰਾਖਾ ਜਿਹੜਾ ਸੀ ਕਹਿੰਦਾ ਆਇਆ ਏ, ਗੁਲਾਬੇ ਤੇ ਪੰਜਾਬੇ ਦੇ ਖੂਹ ਤੇ ਸੁੱਤਾ ਹੋਇਆ ਏ। ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਖੂਹ ਦੇ ਕੰਢੇ ਉੱਤੇ ਆਏ। ਭਾਈ ਦਇਆ ਸਿੰਘ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਾਲੇ ਪਾਸੇ ਬੈਠ ਗਿਆ। ਕੀ ਤੱਕਦਾ ਹੈ? ਹਜ਼ੂਰ ਦੇ ਚਰਨ ਜਿਹੜੇ ਸਨ ਪਿਆਰੀ ਸਾਧ ਸੰਗਤ ਜੀ ਖੂਨ ਦੇ ਨਾਲ ਲਹੂ ਲੁਹਾਨ ਹੋਏ ਸਨ। ਹਜ਼ੂਰ ਦੇ ਚਰਨਾਂ ਦੇ ਵਿੱਚੋਂ ਲਹੂ ਵਹਿ ਰਿਹਾ, ਬੁੱਕ ਬੁੱਕ ਛਾਲੇ ਪਏ ਹੋਏ। ਭਾਈ ਦਇਆ ਸਿੰਘ ਨੇ ਮੇਰੇ ਪਾਤਸ਼ਾਹ ਦੇ ਚਰਨ ਹੌਲੀ ਜਿਹੀ ਆਪਣੇ ਹੱਥਾਂ ਵਿੱਚ ਫੜੇ। ਹਜ਼ੂਰ ਕਲਗੀਧਰ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੇ ਨੇਤਰ ਖੁੱਲੇ। ਹਜ਼ੂਰ ਚੌਂਕੜਾ ਮਾਰ ਕੇ ਬੈਠ ਗਏ। ਬੇਨਤੀ ਕਰਕੇ ਆਖਣ ਲੱਗਾ, ਭਾਈ ਦਇਆ ਸਿੰਘ ਸਤਿਗੁਰੂ ਮਹਾਰਾਜ, ਤੁਹਾਨੂੰ ਬੇਨਤੀ ਕੀਤੀ ਸੀ, ਅਰਜ਼ ਕੀਤੀ ਸੀ ਕਿ ਤੁਸੀਂ ਆਪਣੇ ਚਰਨਾਂ ਵਿੱਚ ਜੋੜਾ ਪਾ ਲਓ। ਆਹ ਵੇਖੋ ਜੰਗਲ ਦੇ ਵਿੱਚ ਤੁਹਾਡੇ ਚਰਨਾਂ 'ਚ ਕੰਡੇ ਵੱਜ ਕੇ ਚਰਨ ਲਹੂ ਲੁਹਾਨ ਹੋਏ ਆ, ਪੱਥਰਾਂ ਨਾਲ ਠੇਡੇ ਲਾ ਕੇ ਤੁਹਾਡੇ ਚਰਨਾਂ ਵਿੱਚ ਛਾਲੇ ਪਏ ਆ। ਹਜ਼ੂਰ ਆਖਣ ਲੱਗੇ, ਭਾਈ ਦਇਆ ਸਿੰਘਾ, ਸਾਨੂੰ ਸਾਡੇ ਚਰਨਾਂ ਵਿੱਚ ਜਿਹੜੇ ਕੰਡੇ ਵੱਜੇ ਨੇ, ਪੱਥਰਾਂ ਨਾਲ ਜਿਹੜੇ ਠੇਡੇ ਵੱਜੇ ਆ, ਉਹਨਾਂ ਦੀ ਪੀੜ ਤੇ ਨਹੀਂ ਹੋਈ। ਜੇ ਕਿਤੇ ਸਾਡੇ ਚਰਨਾਂ ਦਾ ਜੋੜਾ ਕਿਸੇ ਸ਼ਹੀਦ ਸਿੰਘ ਦੇ ਕੇਸਾਂ ਨੂੰ ਲੱਗ ਜਾਂਦਾ, ਉਹਦੀ ਸੱਟ ਸਾਡੇ ਦਿਲ ਉੱਤੇ ਵੱਜਣੀ ਸੀ, ਜਿਹਦਾ ਕਰਜ਼ ਅਸੀਂ ਕਦੇ ਜ਼ਿੰਦਗੀ ਵਿੱਚ ਉਤਾਰ ਨਹੀਂ ਸੀ ਸਕਦੇ। ਇਸੇ ਕਰਕੇ ਕੰਡਿਆਂ ਦੀਆਂ ਤੇ ਪੱਥਰਾਂ ਦੀਆਂ ਅਸਾਂ ਨੇ ਪੀੜਾ ਸਹਾਰ ਲਈਆਂ ਨੇ। ਇੱਥੇ ਕਲਗੀਧਰ ਗੁਰਦੇਵ ਪਾਤਸ਼ਾਹ ਮਹਾਰਾਜ ਨੇ ਇੱਕ ਸੱਤ ਗਾਇਆ, ਖਿਆਲ ਪਾਤਸ਼ਾਹੀ ਦਸਵੀਂ, ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜ਼ਾਈਆਂ ਦਾ ਓਡਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਜਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ। ਹਜ਼ੂਰ ਨੇ ਸੱਤ ਗਾਇਆ ਏ। ਇੱਥੇ ਹੀ ਬਾਗ ਦੇ ਅੰਦਰ ਗੁਲਾਬੇ ਤੇ ਪੰਜਾਬੇ ਦਾ ਨੌਕਰੇ, ਉਹਨੇ ਜਾ ਕੇ ਗੁਲਾਬੇ ਤੇ ਪੰਜਾਬੇ ਨੂੰ ਦੱਸਿਆ ਕਿ ਜਿਸ ਗੁਰੂ ਨੂੰ ਤੁਸੀਂ ਯਾਦ ਕਰਦੇ ਸੀ, ਉਹ ਗੁਰੂ ਤੁਹਾਡੇ ਖੂਹ ਦੀ ਧਰਤੀ ਨੂੰ ਭਾਗ ਲਾ ਰਿਹਾ ਏ। ਮਾਛੀਵਾੜੇ ਦੀ ਧਰਤੀ ਉੱਤੇ ਆਉਣ ਦੇ ਮੇਰੇ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੇ ਦੋ ਕਾਰਨ ਸਨ। ਇੱਕ ਕਾਰਨ ਇਹ ਸੀ ਕਿ ਗੁਲਾਬੇ ਤੇ ਪੰਜਾਬੇ ਨੇ ਇੱਕ ਕਮਰਾ ਤਿਆਰ ਕੀਤਾ ਸੀ, ਜਿਹਨੂੰ ਆਪਾਂ ਚਬਾਰਾ ਆਖਦੇ ਆ। ਚਬਾਰਾ ਬੜਾ ਸੁੰਦਰ ਤਿਆਰ ਹੋਇਆ। ਗੁਲਾਬੇ ਨੇ ਆਖਿਆ, ਵੀਰ ਪੰਜਾਬਿਆ, ਆ ਚਬਾਰਾ ਬੜਾ ਸੁੰਦਰ ਤਿਆਰ ਹੋਇਆ ਏ। ਮੈਂ ਚਾਹੁੰਦਾ ਏ ਕਿ ਇਸ ਚਬਾਰੇ ਵਿੱਚ ਸਭ ਤੋਂ ਪਹਿਲਾਂ ਕਲਗੀਧਰ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਚਰਨ ਪਾਉਣ, ਫਿਰ ਆਪਣਾ ਵਸੇਬਾ ਕੀਤਾ ਜਾਵੇ। ਪੰਜਾਬੇ ਨੇ ਆਖਿਆ, ਵੀਰ ਗੁਲਾਬਿਆ, ਠੀਕ ਏ। ਦੂਸਰਾ ਕਾਰਨ ਇਹ ਸੀ, ਇਸੇ ਮਾਛੀਵਾੜੇ ਦੀ ਧਰਤੀ ਉੱਤੇ ਨਿਹਾਲੇ ਖੱਤਰੀ ਦੀ ਮਾਂ ਮਾਤਾ ਗਰਦਈ, ਜਿਨੇ ਚਰਖਾ ਗੇੜ ਕੇ ਸੂਤ ਕੱਤ ਕੇ ਇੱਕ ਖੱਦਰ ਦਾ ਥਾਨ ਤਿਆਰ ਕੀਤਾ ਸੀ। ਖੱਦਰ ਦਾ ਥਾਨ ਤਿਆਰ ਕਰਕੇ ਮਾਤਾ ਗਰਦਈ ਅਰਦਾਸਾਂ ਕਰਦੀ ਸੀ, ਕਲਗੀਧਰ ਗੁਰਦੇਵ ਪਾਤਸ਼ਾਹ ਮਹਾਰਾਜ, ਅੱਖਾਂ ਮੀਟਣ ਤੋਂ ਪਹਿਲਾਂ ਮੇਰੇ ਮਨ ਦੀ ਇੱਛਾ ਏ, ਇਸ ਖੱਦਰ ਦੇ ਥਾਨ ਦਾ ਚੋਲਾ ਤਿਆਰ ਕਰਕੇ ਤੁਹਾਡੇ ਸਰੀਰ ਉੱਤੇ ਸਜਾਇਆ ਜਾਵੇ। ਦੂਸਰੀ ਮਾਤਾ ਗਰਦਈ ਨੇ ਅਰਦਾਸ ਕੀਤੀ, ਪਾਤਸ਼ਾਹ, ਇੱਕ ਅਰਦਾਸ ਮੇਰੀ ਹੋਰ ਏ। ਮੈਂ ਚਾਹੁੰਦੀ ਆ ਜਦੋਂ ਮੇਰੇ ਸਰੀਰ ਵਿੱਚੋਂ ਪ੍ਰਾਣ ਨਿਕਲਣ, ਗੁਰਦੇਵ ਪਾਤਸ਼ਾਹ ਮਹਾਰਾਜ ਜੀ ਤੁਹਾਡੀ ਗੋਦੀ ਵਿੱਚ ਨਿਕਲਣ। ਇਹ ਕਾਰਨ ਸਨ ਸਤਿਗੁਰੂ ਮਹਾਰਾਜ ਜੀ ਦੇ ਮਾਛੀਵਾੜੇ ਦੇ ਜੰਗਲਾਂ ਵਿੱਚ ਆਉਣ ਦੇ। ਗੁਲਾਬੇ ਤੇ ਪੰਜਾਬੇ ਨੂੰ ਪਤਾ ਲੱਗਾ। ਉਹ 9 ਪੋਹ ਦੀ ਸਵੇਰ ਨੂੰ ਆਪਣੇ ਖੂਹ ਤੇ ਆਏ। ਕਲਗੀਧਰ ਗੁਰਦੇਵ ਪਾਤਸ਼ਾਹ ਮਹਾਰਾਜ ਨੂੰ ਲੈ ਕੇ ਆਪਣੇ ਘਰ ਦੇ ਵਿੱਚ ਜਾ ਕੇ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦਾ ਚੁਬਾਰੇ ਵਿੱਚ ਉਤਾਰਾ ਕੀਤਾ। ਪਰਿਵਾਰ ਨੇ ਰੱਜ ਕੇ ਸੇਵਾ ਕੀਤੀ। 9 ਪੋਹ ਦੀ ਰਾਤ ਪੈ ਗਈ। ਸਤਿਗੁਰੂ ਮਹਾਰਾਜ ਨੇ ਸੋਧਾ ਰਾਰਾ ਸਾਹਿਬ ਜੀ ਦਾ ਪਾਠ ਕੀਤਾ, 16 ਸਾਹਿਬ ਦਾ ਪਾਠ ਕੀਤਾ। ਗੁਰਦੇਵ ਪਾਤਸ਼ਾਹ ਮਹਾਰਾਜ ਤੇ ਗੁਰੂ ਦੇ ਸਿੱਖ ਵਿਸ਼ਰਾਮ ਕਰਦੇ ਆ। ਗੁਲਾਬਾ ਤੇ ਪੰਜਾਬਾ 9 ਪੋਹ ਦੀ ਰਾਤ ਨੂੰ ਆਪਣੇ ਘਰ ਦੇ ਦਰਵਾਜ਼ੇ ਉੱਤੇ ਹੱਥ ਵਿੱਚ ਬਰਛਾ ਫੜ ਕੇ ਪਹਿਰਾ ਦੇ ਰਿਹਾ, ਕੋਈ ਸਿਪਾਹੀ ਨਾ ਆ ਜਾਵੇ। ਤੇ ਰਾਤ ਪਹਿਰੇ ਉੱਤੇ ਦੋਵਾਂ ਵੀਰਾਂ ਨੇ ਸਲਾਹ ਕੀਤੀ ਕਿ ਕਲਗੀਧਰ ਗੁਰਦੇਵ ਪਾਤਸ਼ਾਹ ਮਹਾਰਾਜ ਆਪਣੇ ਘਰ ਵਿੱਚ ਆਏ ਨੇ। ਇੱਕ ਪਾਸੇ ਕਾਜੀ ਦਾ ਘਰ ਏ,
ਦੂਸਰੇ ਪਾਸੇ ਬ੍ਰਾਹਮਣ ਦਾ ਘਰ ਏ। ਜੇ ਕਿਤੇ ਇਹਨਾਂ ਨੂੰ ਪਤਾ ਲੱਗ ਗਿਆ, ਸਰਕਾਰ ਨੂੰ ਇਤਲਾਹ ਦਿੱਤੀ, ਫੌਜ ਆਵੇਗੀ, ਆਪਣੇ ਘਰ ਨੂੰ ਘੇਰਾ ਪਾ ਕੇ ਕਲਗੀਧਰ ਪਾਤਸ਼ਾਹ ਨੂੰ ਗ੍ਰਿਫਤਾਰ ਕਰ ਲਵੇਗੀ। ਗੁਲਾਬੇ ਨੇ ਆਖਿਆ, ਵੀਰ ਪੰਜਾਬਿਆ, ਮੈਂ ਚਾਹੁੰਦਾ ਹਾਂ ਕਿ ਅੱਜ ਰਾਤ ਗੁਰੂ ਬਤਾ ਲਵੇ, ਦਿਨ ਚੜੇ ਸਤਿਗੁਰੂ ਮਹਾਰਾਜ ਨੂੰ ਆਪਾਂ ਕਿਸੇ ਸੁਰੱਖਿਅਤ ਥਾਂ ਉੱਤੇ ਛੱਡ ਆਈਏ। ਹਾਂ ਵਿੱਚ ਹਾਂ ਮਲਾਈ 10 ਪੋਹ ਦਾ ਅੰਮ੍ਰਿਤ ਵੇਲੇ ਦਾ ਸਮਾਂ ਹੋਇਆ। ਸਤਿਗੁਰੂ ਮਹਾਰਾਜ ਤੇ ਗੁਰੂ ਦੇ ਸਿੱਖਾਂ ਨੇ ਸਨਕੇਸੀ ਇਸ਼ਨਾਨ ਕੀਤਾ, ਅਕਾਲ ਪੁਰਖ ਪ੍ਰਮਾਤਮਾ ਦੀ ਕਿਰਤੀ ਕੀਤੀ, 5 ਸੋਨੇ ਦੀਆਂ ਮੋਹਰਾਂ ਰੱਖ ਕੇ ਥਾਲ ਦੇ ਵਿੱਚ ਗੁਲਾਬੇ ਤੇ ਪੰਜਾਬੇ ਨੇ ਆ ਕੇ ਕਲਗੀਧਰ ਗੁਰਦੇਵ ਪਾਤਸ਼ਾਹ ਮਹਾਰਾਜ ਨੂੰ ਮੱਥਾ ਟੇਕਿਆ। ਸਤਿਗੁਰੂ ਮਹਾਰਾਜ ਜੀ, ਇੱਥੇ ਦੁਸ਼ਮਣ ਦੇ ਆਉਣ ਦਾ ਖਤਰਾ ਏ, ਕਿਰਪਾ ਕਰੋ ਤੁਹਾਨੂੰ ਅਗਲੇ ਪਿੰਡ ਕਿਸੇ ਸੁਰੱਖਿਅਤ ਥਾਂ ਉੱਤੇ ਛੱਡ ਆਈਏ। ਹਜ਼ੂਰ ਨੇ ਆਖਿਆ, ਠੀਕ ਏ। ਇੱਥੇ ਮਾਤਾ ਗੁਰਦਈ ਨੂੰ ਪਤਾ ਲੱਗਾ, ਉਹ ਆਪਣੇ ਨਾਲ ਪਿਆਰੀ ਸਾਧ ਸੰਗਤ ਜੀ ਖੱਦਰ ਦਾ ਥਾਂ ਲੈ ਕੇ ਗੁਲਾਬੇ ਤੇ ਪੰਜਾਬੇ ਦੇ ਘਰ ਵਿੱਚ ਆਈ। 2 ਮੁਗਲ ਪਠਾਨ ਆਏ, ਇੱਕ ਦਾ ਨਾਂ ਗਣੀ ਖਾਂ, ਦੂਸਰੇ ਦਾ ਨਵੀ ਖਾਂ। ਗੁਰਦੇਵ ਪਾਤਸ਼ਾਹ ਮਹਾਰਾਜ ਨੇ ਆਖਿਆ, ਗੁਲਾਬਿਆ, ਪਰਮਾਤਮਾ ਨੇ ਢੋ ਕਿੱਡਾ ਵਧੀਆ ਢਵਾਇਆ ਏ। 2 ਮੁਗਲ ਪਠਾਨ ਆਏ ਨੇ ਸਾਡੇ ਸੇਵਕ, ਮਾਤਾ ਗੁਰਦਈ ਖੱਦਰ ਦਾ ਥਾਂ ਲੈ ਕੇ ਆਈਏ। ਇਹਨੂੰ ਨੀਲੇ ਰੰਗ ਦਾ ਰੰਗ ਚਾੜਿਆ ਜਾਵੇ, ਅਸੀਂ ਅੱਜ ਦਾ ਚੋਲਾ ਪਾਵਾਂਗੇ। ਹਜ਼ੂਰ ਦਾ ਹੁਕਮ ਪ੍ਰਵਾਨ ਕਰਕੇ ਇੱਕ ਮੱਟ ਵਿੱਚ ਰੰਗ ਘੋਲਿਆ ਗਿਆ, ਇਹਨੂੰ ਨੀਲੇ ਰੰਗ ਦਾ ਰੰਗ ਚਾੜਿਆ ਗਿਆ। ਹਜ਼ੂਰ ਨੇ ਆਵਾਜ਼ ਮਾਰ ਕੇ ਆਖਿਆ, ਮਾਤਾ ਗੁਰਦਈ ਜੀ, ਤੁਹਾਡੇ ਮਨ ਦੀ ਇੱਛਾ ਸੀ ਨਾ ਇਸ ਖੱਦਰ ਦੇ ਥਾਂ ਦਾ ਚੋਲਾ ਤਿਆਰ ਕਰਕੇ ਸਾਡੇ ਸਰੀਰ ਉੱਤੇ ਸਜਾਇਆ ਜਾਵੇ। ਅੱਜ ਇਸ ਖੱਦਰ ਦੇ ਥਾਂ ਦਾ ਚੋਲਾ ਇੱਕ ਨਹੀਂ, 4 ਤਿਆਰ ਕਰੋ, 4। ਮਾਤਾ ਗੁਰਦਈ ਨੇ ਆਖਿਆ, ਪਾਤਸ਼ਾਹ ਕਿਹਦੇ ਵਾਸਤੇ? ਹਜ਼ੂਰ ਆਖਣ ਲੈ, ਇੱਕ ਚੋਲਾ ਪਹਿਨਾਂਗੇ ਅਸੀਂ, 3 ਚੋਲੇ ਪਹਿਨਗੇ ਸਾਡੇ ਸਿੱਖ। ਮਾਤਾ ਗੁਰਦਈ ਨੇ 4 ਚੋਲੇ ਤਿਆਰ ਕੀਤੇ, ਇੱਕ ਗੁਰਦੇਵ ਪਾਤਸ਼ਾਹ ਮਹਾਰਾਜ ਨੇ ਪਹਿਨ ਲਿਆ, ਬਾਕੀ 3 ਸਿੱਖਾਂ ਨੇ ਪਹਿਨ ਲਏ। ਹਜ਼ੂਰ ਗੁਰਦੇਵ ਪਾਤਸ਼ਾਹ ਮਹਾਰਾਜ ਨੇ ਆਪਣੇ ਕੇਸ ਮੋਢਿਆਂ ਉੱਤੇ ਖਿਲਾਰ ਲਏ, ਖਿਲਾਰੇ ਹੋਏ ਕੇਸਾਂ ਉੱਤੇ ਨੀਲੇ ਰੰਗ ਦਾ ਦਮਾਲਾ ਸਜਾ ਲਿਆ। ਇਹ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਹੋਇਆ ਏ। 22 ਦਸੰਬਰ ਸਨ 1646 ਤੋਂ ਲੈ ਕੇ ਕਿ ਕਲਗੀਧਰ ਗੁਰਦੇਵ ਪਾਤਸ਼ਾਹ ਮਹਾਰਾਜ ਨੇ ਜ਼ਿੰਦਗੀ 'ਚ ਪਹਿਲੀ ਵਾਰ ਆਪਣੇ ਕੇਸ ਖਿਲਾਰ ਕੇ ਤੇ ਉੱਤੇ ਦਸਤਾਰ ਸਜਾਈਏ। ਉਹ ਪਲੰਘਾ ਜਿਹਦੇ ਉੱਤੇ ਹਜ਼ੂਰ ਬੈਠੇ ਸਨ, ਗੁਲਾਬੇ ਤੇ ਪੰਜਾਬੇ ਨੇ ਮੂਧਾ ਕੀਤਾ, ਇਹਦੇ ਉੱਤੇ ਨੀਲੇ ਰੰਗ ਦੀ ਵਿਛਾਈ ਕਰ ਦਿੱਤੀ ਗਈ। ਚਾਰੇ ਪਾਵਿਆਂ ਨੂੰ ਨੀਲੇ ਰੰਗ ਦਾ ਲਵੇੜ ਕੇ ਕੱਪੜਾ ਪਿਆਰੀ ਸਾਧ ਸੰਗਤ ਦੀ ਪਾਲਕੀ ਦਾ ਰੂਪ ਦਿੱਤਾ। 10 ਪੋਹ ਸਨ 1704 ਈਸਵੀ 25 ਦਸੰਬਰ ਨੂੰ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਉੱਚ ਦੇ ਪੀਰ ਬਣ ਕੇ ਹਾਜੀਆਂ ਦਾ ਭੇਸ ਧਾਰਨ ਕਰਕੇ ਗੁਲਾਬੇ ਤੇ ਪੰਜਾਬੇ ਦੇ ਘਰ ਵਿੱਚੋਂ ਤੁਰਨ ਲੱਗੇ ਨੇ। ਪਿਆਰੀ ਸਾਧ ਸੰਗਤ ਜੀ, ਗੁਰਦੇਵ ਪਾਤਸ਼ਾਹ ਮਹਾਰਾਜ ਜੀ ਪਾਲਕੀ ਵਿੱਚ ਬੈਠੇ, ਅਗਲੇ ਪਾਸੇ ਉਹ ਪਾਲਕੀ ਮੁਗਲ ਪਠਾਨ ਗਣੀ ਖਾਂ ਤੇ ਨਬੀ ਖਾਨ ਨੇ ਚੁੱਕੀ। ਪਿੱਛੋਂ ਪਿਆਰੀ ਸਾਧ ਸੰਗਤ ਜੀ ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਨੇ ਪਾਲਕੀ ਚੁੱਕੀ। ਭਾਈ ਦਇਆ ਸਿੰਘ ਆਪਣੇ ਹੱਥ ਵਿੱਚ ਮੋਰਾਂ ਦੇ ਖੰਭ ਲੈ ਕੇ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਸੀਸ ਉੱਤੇ ਚੌਰ ਸਾਹਿਬ ਦੀ ਸੇਵਾ ਨਿਭਾਉਂਦੇ ਨੇ। ਗੁਰਦੇਵ ਪਾਤਸ਼ਾਹ ਮਹਾਰਾਜ ਹਾਜੀਆਂ ਦਾ ਭੇਸ ਧਾਰਨ ਕਰਕੇ ਗੁਲਾਬੇ ਤੇ ਪੰਜਾਬੇ ਦੇ ਘਰ ਵਿੱਚੋਂ ਉੱਚ ਦੇ ਪੀਰ ਬਣ ਕੇ ਮਾਸ਼ੀ ਵਾਲੇ ਦੀ ਧਰਤੀ ਉੱਤੋਂ ਚਾਲਾ ਹੈ ਇਹੋ ਪਾਰੇ ਨੇ ਜੀ।
ਮਾਛੀ ਵਾਲਿਓ ਤੁਰੇ ਦਸ਼ਮੇਸ਼ ਦੀ ਬਣਾ ਕੇ ਤੇ ਪੀਰ ਉੱਚੇ ਦੇ ਰੂਪ ਹਾਜੀਆਂ ਰੂਪ ਹਾਜੀਆਂ ਦਾ ਤਾਰਿਆ ਹਜੂਰ ਨੇ ਚੋਲਾ ਪਾਇਆ ਨੀਲੇ ਰੰਗ ਦਾ ਖੁੱਲੇ ਕੇਸ ਖੁੱਲੇ ਕੇਸ ਪਿੱਛੇ ਮੋਢਿਆਂ ਤੇ ਸੁੱਟ ਲੈ ਹੱਥ ਵਿੱਚ ਫੜੀ ਤਸਬੀਹ ਨੀਲੇ ਰੰਗ ਦੀ ਓ ਨੀਲੇ ਰੰਗ ਦੀ ਪਲੰਗ ਤੇ ਵਿਛਾਈ ਪਾਲਕੀ ਵੀ ਨੀਲੇ ਰੰਗ ਦੀ ਅੱਗੋਂ ਗਣੀ ਖਾਂ ਅੱਗੋਂ ਗਣੀ ਖਾਂ ਤੇ ਨਬੀ ਖਾਂ ਪਠਾਨ ਨੇ ਪਿੱਛੋਂ ਦੋਵਾਂ ਸਿੱਖਾਂ ਚੁੱਕਿਆ ਚੋਰ ਕਰਦਾ ਚੋਰ ਕਰਦਾ ਦਿਆ ਸਿੰਘ ਪਿਆਰਾ ਪਿੱਛੇ ਪਿੱਛੇ ਜਾਵੇ ਸਾਹਿਬ ਦੇ ਜੇ ਕੋਈ ਪੁੱਛਦਾ ਜੇ ਕੋਈ ਪੁੱਛਦਾ ਪਠਾਨ ਅੱਗੋਂ ਆਖਦੇ ਇਹਨੇ ਸਾਡੇ ਪੀਰ ਇੱਜ ਦੇ ਫੌਜ ਗੁਰੂ ਜੀ ਹੋ ਫੌਜ ਗੁਰੂ ਜੀ ਨੂੰ ਬਾਲਦੀ ਫਰਦੀ ਥਾਂ ਥਾਂ ਵਜ਼ੀਰ ਖਾਨ ਦੀ ਉਹ ਸਭਾ ਵਿੱਚ ਸਭ ਵਿੱਚ ਲਿਆ ਰੋਕਦੇ ਰਨੈਲੇ ਇੱਕ ਪਿੰਡ ਗੁਰੂ ਸਾਹਿਬ ਨੂੰ ਉਸ ਵਕਤ ਉਸ ਵਕਤ ਸਲੋ ਵਾਲੇ ਪੀਰ ਨੇ ਆਣ ਪੁੱਜੇ ਸ਼ੋਰ ਸੁਣ ਕੇ ਸ਼ੋਰ ਸ਼ਰਦਾ ਸ਼ਰਦਾ ਨਾ ਚਰਨ ਹਜੂਰ ਦੇ ਫੇਰ ਕੇ ਆ ਫੌਜਦਾਰ ਨੇ ਇਹ ਤਾਂ ਪੀਰਾਂ ਦੇ ਇਹ ਤਾਂ ਪੀਰਾਂ ਦੇ ਪੀਰ ਹਨ ਖਾਨ ਦੀ ਆਨੰਦਦਾਰ ਹੋ ਗਏ ਸੇਵਾ ਕਰਕੇ ਸਵਾਬ ਕੁਝ ਖੱਟ ਲੋ ਭਲੀ ਹੁੰਦਾ ਰੂਪ ਰੱਬ ਦਾ ਪਿਆਰਿਆ ਪਿਆਰਿਆ ਰੱਬ ਦੇ ਪਿਆਰਿਆਂ ਤੋਂ ਜਵਾਰਿਆ ਹੋ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਉੱਚ ਦੇ ਪੀਰ ਬਣ ਕੇ ਗਲਾਬੇ ਤੇ ਪੰਜਾਬੇ ਦੇ ਘਰ ਵਿੱਚੋਂ ਪਿੰਡ ਮਾਛੀਵਾੜੇ ਦੀ ਧਰਤੀ ਤੋਂ ਅੱਜ ਦੇ ਦਿਨ ਅੰਮ੍ਰਿਤ ਵੇਲੇ ਦੇ ਸਮੇਂ ਰਵਾਨਾ ਹੁੰਦੇ ਨੇ। ਗੁਰਦੇਵ ਪਾਤਸ਼ਾਹ ਮਹਾਰਾਜ ਜੀ ਪਿਆਰੀ ਸਾਧ ਸੰਗਤ ਜੀ ਉੱਚ ਦੇ ਪੀਰ ਬਣ ਕੇ ਤੁਰੇ। ਅਗਲੇ ਪਾਸਿਓ ਗਣੀ ਖਾਂ ਤੇ ਨਬੀ ਖਾਂ ਨੇ ਪਾਲਕੀ ਚੁੱਕੀ, ਪਿੱਛੋਂ ਭਾਈ ਧਰਮ ਸਿੰਘ ਤੇ ਮਾਨ ਸਿੰਘ ਨੇ ਚੁੱਕੀ ਤੇ ਭਾਈ ਦਇਆ ਸਿੰਘ ਮੋਰਾਂ ਦੇ ਖੰਭ ਦੇ ਚੌਰ ਦੀ ਸੇਵਾ ਨਿਭਾ ਰਿਹਾ ਏ। ਜਿਹੜੀ ਢਾਡੀ ਕਲਾ ਦੀ ਬਣਗੀ ਆ ਸਿੱਖ ਸੰਗਤ ਨੇ ਸਰਵਣ ਕੀਤੀ ਨੂੰ ਢਾਡੀ ਕਲਾ ਅੰਦਰ ਕਿਹਾ ਜਾਂਦਾ ਏ ਗੱਡੀ ਛੰਦ। ਇਹ ਪ੍ਰਾਤਨ ਕਲਾਸੀਕਲ ਰਾਗ ਏ ਪਿਆਰੀ ਸਾਧ ਸੰਗਤ ਜੀ, ਜਿਹੜਾ ਸਿੱਖ ਸੰਗਤਾਂ ਦੇ ਨਾਲ ਢਾਡੀ ਜਥੇ ਨੇ ਗੁਰੂ ਦੀ ਕਿਰਪਾ ਤੇ ਰਹਿਮਤ ਦਾ ਸਦਕਾ ਸੰਗਤਾਂ ਨਾਲ ਸਾਂਝ ਪਾਈ ਏ। ਹਜ਼ੂਰ ਮਾਛੀਵਾੜੇ ਦੀ ਧਰਤੀ ਉੱਤੇ ਉੱਚ ਦੇ ਪੀਰ ਬਣ ਕੇ ਪਾਲਕੀ ਵਿੱਚ ਬੈਠ ਕੇ ਤੁਰੇ ਤੇ ਪਿੰਡ ਲੱਲ ਆ ਗਿਆ। ਪਿੰਡ ਲੱਲ ਤੋਂ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਤੁਰੇ ਤੇ ਪਿੰਡ ਘੁੰਗਰਾਲੀ ਦੀ ਹੱਦ ਉੱਤੇ ਹਜ਼ੂਰ ਦੀ ਪਾਲਕੀ ਆ ਗਈ, ਜਿੱਥੇ ਇੱਕ ਪਿਆਰੀ ਸਾਧ ਸਿੰਘ ਜੀ ਜਰਨੈਲ ਨੇ ਸਿਪਾਹੀ ਨਾਲ ਲੈ ਕੇ ਨਾਕਾ ਲਾਇਆ ਹੋਇਆ ਸੀ ਕਲਗੀਧਰ ਪਾਤਸ਼ਾਹ ਦੀ ਭਾਲ ਦੇ ਵਿੱਚ। ਉਹਨੇ ਪਾਲਕੀ ਨੂੰ ਰੋਕਿਆ। ਗਣੀ ਖਾਂ ਤੇ ਨਬੀ ਖਾਨ ਨੇ ਆਖਿਆ ਜਰਨੈਲ ਸਾਹਿਬ ਇਹ ਸਾਡੇ ਉੱਚ ਦੇ ਪੀਰ ਨੇ ਬਹਲਾਵਲਪੁਰ ਦੀ ਧਰਤੀ ਤੋਂ ਸਾਨੂੰ ਦਰਸ਼ਨ ਦੇਣ ਵਾਸਤੇ ਤੇ ਸਾਡੇ ਕੋਲੋਂ ਦਰਸ਼ਨਾ ਲੈਣ ਵਾਸਤੇ ਆਏ ਹੋਏ ਨੇ, ਇਸ ਕਰਕੇ ਪਾਲਕੀ ਨਾ ਰੋਕੋ, ਲੰਘ ਜਾਣ ਦਿਓ। ਇਸ ਜਰਨੈਲ ਨੇ ਆਖਿਆ ਕਿ ਗਣੀ ਖਾਂ ਤੁਹਾਡੀ ਗੱਲ ਉੱਤੇ ਇਤਬਾਰ ਕਿਵੇਂ ਕਰ ਲਵਾਂ, ਇਸ ਪਾਲਕੀ ਵਿੱਚ ਉੱਚ ਦੇ ਪੀਰ ਨੇ ਕਿ ਜਾਂ ਫਿਰ ਸਰਕਾਰ ਦਾ ਬਾਗੀ ਗੁਰੂ ਗੋਬਿੰਦ ਸਿੰਘ ਭੇਸ ਵਟਾ ਕੇ ਬੈਠਾ ਏ। ਨਬੀ ਖਾਨ ਨੇ ਆਖਿਆ ਜਰਨੈਲ ਸਾਹਿਬ ਜੀ ਤੁਹਾਨੂੰ ਇਤਬਾਰ ਕਿਵੇਂ ਹੋਵੇਗਾ। ਉਹਨੇ ਆਖਿਆ ਸਭ ਤੋਂ ਪਹਿਲਾਂ ਪਾਲਕੀ ਵਿੱਚ ਬੈਠੇ ਹੋਏ ਬੰਦੇ ਦੀ ਪਹਿਚਾਣ ਕੀਤੀ ਜਾਵੇਗੀ, ਇਹ ਵਾਕਿਆ ਉੱਚ ਦਾ ਪੀਰ ਹੈ ਕਿ ਜਾਂ ਫਿਰ ਸਰਕਾਰ ਦਾ ਬਾਗੀ ਗੁਰੂ ਗੋਬਿੰਦ ਸਿੰਘ ਹੈ। ਗਣੀ ਖਾਂ ਤੇ ਨਬੀ ਖਾਨ ਨੇ ਆਖਿਆ ਪਹਿਚਾਣ ਕੀਤੀ ਕਿਵੇਂ ਜਾਵੇਗੀ। ਜਰਨੈਲ ਨੇ ਆਖਿਆ ਇਹਦਾ ਇੱਕ ਹੱਲ ਏ। ਸਲੋ ਪਿੰਡ ਦਾ ਇੱਕ ਕਾਜੀ ਏ ਜਿਹਦਾ ਨਾਂ ਹੈ ਪੀਰ ਮੁਹੰਮਦ ਖਾਂ, ਜਿਨੇ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਝੂਠ ਨਹੀਂ ਬੋਲਿਆ। ਉਹ ਆਪਣੇ ਧਰਮ ਵਿੱਚ ਬੜਾ ਪੱਕਾ ਏ। ਅਸੀਂ ਉਸ ਪੀਰ ਨੂੰ ਸੱਦਦੇ ਆ, ਉਹ ਪਹਿਚਾਣ ਕਰੇਗਾ ਕਿ ਵਾਕਿਆ ਉੱਚ ਦਾ ਪੀਰ ਹੈ ਕਿ ਜਾਂ ਫਿਰ ਸਰਕਾਰ ਦਾ ਬਾਗੀ ਗੁਰੂ ਗੋਬਿੰਦ ਸਿੰਘ ਭੇਸ ਵਟਾ ਕੇ ਬੈਠਾ ਏ। ਪਿਆਰੀ ਸਾਧ ਸਿੰਘ ਜੀ ਸਲੋ ਵਾਲੇ ਪੀਰ ਮੁਹੰਮਦ ਖਾਂ ਕਾਜੀ ਨੂੰ ਬੁਲਾਇਆ ਗਿਆ। ਉਹ ਆਇਆ, ਉਹਨੇ ਪਾਲਕੀ ਦਾ ਪਰਦਾ ਚੁੱਕਿਆ, ਕੀ ਤੱਕਿਆ ਪਾਲਕੀ ਦੇ ਵਿੱਚ ਕਲਗੀਧਰ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਉੱਚ ਦੇ ਪੀਰ ਬਣ ਕੇ ਬੈਠੇ ਹੋਏ ਨੇ। ਇਸੇ ਸਲੋ ਵਾਲੇ ਪੀਰ ਦੇ ਕੋਲ
ਕਲਗੀਧਰ ਗੁਰਦੇਵ ਪਾਤਸ਼ਾਹ ਮਹਾਰਾਜ ਆਨੰਦਪੁਰ ਸਾਹਿਬ ਦੀ ਧਰਤੀ ਉੱਤੇ ਫਾਰਸੀ ਦੀ ਵਿਦਿਆ ਪੜਿਆ ਕਰਦੇ ਸਨ। ਪੀਰ ਨੇ ਤੱਕਿਆ, ਕਲਗੀਧਰ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਉੱਤੇ ਮੱਥਾ ਟੇਕਿਆ, ਮੋਹਰਾ ਭੇਟਾ ਚੜਾਈ ਤੇ ਦੋ ਹੱਥ ਜੋੜ ਕੇ ਆਖਣ ਲੱਗੇ, ਜਰਨੈਲ ਸਾਹਿਬ ਜਿਨ੍ਹਾਂ ਦੀ ਤੁਸਾਂ ਨੇ ਪਾਲਕੀ ਰੋਕੀ ਏ, ਇਹ ਪੀਰਾਂ ਦੇ ਪੀਰ ਨੇ। ਜੇ ਇਹਨਾਂ ਦੀ ਪਾਲਕੀ ਤੁਸਾਂ ਰੋਕ ਛੱਡੀ, ਅੱਗੇ ਨਾ ਲੰਘਣ ਦਿੱਤਾ, ਤੇ ਜੇ ਕਿਤੇ ਇਹਨਾਂ ਪੀਰਾਂ ਦੀ ਨਜ਼ਰ ਪੁੱਠੀ ਹੋ ਗਈ ਤੇ ਤੁਹਾਨੂੰ ਨਰਕਾਂ ਵਿੱਚ ਵੀ ਵਾਸਾ ਨਹੀਂ ਮਿਲੇਗਾ। ਪਿਆਰੀ ਸਾਧ ਸੰਗਤ, ਜਿਹੜਾ ਗੁਰੂ ਨੂੰ ਫੜਨਾ ਚਾਹੁੰਦਾ ਸੀ ਨਾ, ਉਹਨੇ ਗੁਰੂ ਨੂੰ ਸੋਨੇ ਦੀਆਂ ਮੋਹਰਾਂ ਚੜਾ ਕੇ ਤੇ ਮੱਥਾ ਟੇਕਿਆ। ਹਜ਼ੂਰ ਲੱਲ ਤੋਂ ਘੁੰਗਰਾਲੀ ਤੋਂ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਪਿੰਡ ਕਨੇਜ ਗਏ। ਹਜ਼ੂਰ ਦਾ ਆਉਣਾ ਸੁਣ ਕੇ ਇਸੇ ਤਰ੍ਹਾਂ ਸੰਗਤਾਂ ਜੁੜ ਕੇ ਬੈਠੀਆਂ ਨੇ ਤੇ ਕਨੇਜ ਪਿੰਡ ਦਾ ਨੰਬਰਦਾਰ ਫਤਾ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਪਰਿਵਾਰ ਸਮੇਤ ਆਇਆ। ਹਜ਼ੂਰ ਦੇ ਚਰਨਾਂ ਤੇ ਮੱਥਾ ਟੇਕਿਆ, ਬੇਨਤੀ ਕਰਕੇ ਆਖਿਆ, ਪਾਤਸ਼ਾਹ ਕਿਰਪਾ ਕਰੋ, ਕੋਈ ਸੇਵਾ ਦਾ ਮੌਕਾ ਦਿਓ। ਹਜ਼ੂਰ ਨੇ ਆਖਿਆ, ਫਤਿਆ ਤੇਰੇ ਘਰ ਵਿੱਚ ਸਾਨੂੰ ਪਤਾ ਲੱਗਾ ਇੱਕ ਘੋੜੀ ਏ, ਸਾਡੇ ਤੇ ਕਿਰਪਾ ਕਰ, ਉਹ ਘੋੜੀ ਦੇ, ਅਗਲਾ ਸਫ਼ਰ ਅਸੀਂ ਘੋੜੀ ਉੱਤੇ ਕਰਾਂਗੇ ਤੇ ਹੇਰ ਪਿੰਡ ਦੀ ਧਰਤੀ ਉੱਤੋਂ ਤੇਰੀ ਘੋੜੀ ਤੈਨੂੰ ਵਾਪਸ ਕਰ ਦਿੱਤੀ ਜਾਵੇਗੀ। ਹਜ਼ੂਰ ਦੇ ਸਾਹਮਣੇ ਨੰਬਰਦਾਰ ਫਤਾ ਸਿਰ ਝੁਕਾ ਕੇ ਆਖਣ ਲੱਗਾ, ਪਾਤਸ਼ਾਹ ਘੋੜੀ ਤੇ ਰਿਸ਼ਤੇਦਾਰਾਂ ਨੇ ਖੜੀ ਏ, ਘਰ ਵਿੱਚ ਵਛੇਰੀ ਆ ਗਈ ਏ, ਜੇ ਤੁਹਾਡਾ ਹੁਕਮ ਹੋਵੇ ਤੇ ਤੁਹਾਨੂੰ ਭੇਟ ਕਰ ਦਿੱਤੀ ਜਾਵੇ। ਗੁਰਦੇਵ ਪਾਤਸ਼ਾਹ ਮਹਾਰਾਜ ਨੇ ਜਦੋਂ ਇਹ ਗੱਲ ਫਤਿਹ ਨੰਬਰਦਾਰ ਨੇ ਕਹੀ ਨਾ, ਮੇਰੇ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੀਆਂ ਨਜ਼ਰਾਂ ਨੰਬਰਦਾਰ ਫਤਿਹ ਦੇ ਚਿਹਰੇ ਉੱਤੇ ਲੱਗੀਆਂ ਹੋਈਆਂ ਸੀ। ਜਿਹੜਾ ਬੰਦਾ ਝੂਠ ਬੋਲੇਗਾ ਨਾ ਉਹਦੀ ਜ਼ੁਬਾਨ ਸਾਥ ਦੇਵੇਗੀ, ਨਾ ਉਹਦੀਆਂ ਅੱਖਾਂ ਹੀ ਸਾਥ ਦੇਣਗੀਆਂ। ਹਜ਼ੂਰ ਨੇ ਸਮੇਂ ਦੇ ਰੰਗ ਨੂੰ ਵੇਖਿਆ। ਗੁਰਦੇਵ ਪਾਤਸ਼ਾਹ ਮਹਾਰਾਜ ਜੀ ਆਖਣ ਲੱਗੇ, ਫਤਿਆ ਜੇ ਤੇਰੇ ਘਰ ਵਿੱਚ ਘੋੜੀ ਹੈ ਨਹੀਂ ਤੇ ਵਾਕਿਆ ਨਹੀਂ ਹੋਣੀ, ਤੂੰ ਕਿਹੜਾ ਸਾਨੂੰ ਝੂਠ ਬੋਲਣਾ ਹੈ। ਇੱਥੋਂ ਗੁਰਦੇਵ ਪਾਤਸ਼ਾਹ ਮਹਾਰਾਜ ਨੇ ਪਾਲਕੀ ਚੁਕਾਈ ਤੇ ਗੁਰਦੇਵ ਪਾਤਸ਼ਾਹ ਮਹਾਰਾਜ ਪਿੰਡ ਹੇਰ ਨੂੰ ਰਵਾਨਾ ਹੋ ਗਏ। ਨੰਬਰਦਾਰ ਫਤਾ ਆਪਣੇ ਘਰ ਵਿੱਚ ਗਿਆ, ਉਹਨੇ ਕੀ ਤੱਕਿਆ, ਇਹਦੇ ਘਰ ਵਿੱਚ ਘੋੜੀ ਤੜਫ ਤੜਫ ਕੇ ਜਾਨ ਦੇ ਚੁੱਕੀ ਏ, ਕਿਉਂਕਿ ਇਹਨੂੰ ਸੱਪ ਲੜ ਗਿਆ। ਆਪਣੀ ਘੋੜੀ ਦੇ ਕੋਲੇ ਆਇਆ ਤੇ ਘੋੜੀ ਲਾਗੇ ਸੱਪ ਬੈਠਾ ਸੀ, ਉਹਨੇ ਨੰਬਰਦਾਰ ਫਤੇ ਨੂੰ ਡੰਗ ਮਾਰਿਆ ਤੇ ਪਿਆਰੀ ਸਾਧ ਸੰਗੀ ਇਹ ਵੀ ਮਰ ਗਿਆ। ਇਸੇ ਕਰਕੇ ਤੇ ਗੁਰਦੇਵ ਪਾਤਸ਼ਾਹ ਮਹਾਰਾਜ ਨੇ ਬਾਣੀ ਵਿੱਚ ਜ਼ਿਕਰ ਕੀਤਾ ਨਾ, ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਜਿਹੜਾ ਗੁਰੂ ਤੋਂ ਬੇਮੁਖ ਹੋ ਗਿਆ ਪਿਆਰੀ ਸਾਧ ਸੰਗਤ ਜੀ, ਉਹ ਫਿਰ ਭੈੜੀ ਮੌਤ ਹੀ ਮਰੇਗਾ। ਗੁਰਦੇਵ ਪਾਤਸ਼ਾਹ ਮਹਾਰਾਜ ਜੀ ਪਿੰਡ ਹੇਰ ਗਏ, ਜਿੱਥੇ ਮਹੰਤ ਕਿਰਪਾਲ ਦਾਸ ਦੇ ਨਾਲ ਮੇਰੇ ਗੁਰਦੇਵ ਪਾਤਸ਼ਾਹ ਮਹਾਰਾਜ ਨੇ ਡੇਰੇ ਵਿੱਚ ਉਤਾਰਾ ਕੀਤਾ। ਕੁਝ ਦਿਨ ਮਹੰਤ ਕਿਰਪਾਲ ਦਾਸ ਸਤਿਗੁਰੂ ਮਹਾਰਾਜ ਜੀ ਦਾ ਸੇਵਕ ਰਿਹਾ ਤੇ ਭੰਗਾਣੀ ਦੇ ਜੰਗ ਵਿੱਚ ਮਹੰਤ ਨੇ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦਾ ਸਾਥ ਦਿੱਤਾ। ਜਦੋਂ ਭੰਗਾਣੀ ਦਾ ਜੰਗ ਹੋ ਰਿਹਾ ਸੀ ਨਾ, ਮਹੰਤ ਕਿਰਪਾਲ ਦਾਸ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੇ ਕੋਲੇ ਆਇਆ। ਮੋਢੇ ਉੱਤੇ ਇਹਨੇ ਲੱਕੜ ਦਾ ਸਲੋਤਰ ਰੱਖਿਆ, ਬੇਨਤੀ ਕਰਕੇ ਆਖਣ ਲੱਗਾ, ਪਾਤਸ਼ਾਹ ਮੈਂ ਵੀ ਦੁਸ਼ਮਣ ਨਾਲ ਜੰਗ ਲੜਨਾ ਚਾਹੁੰਦਾ ਏ, 22 ਧਰ ਦੇ ਫੌਜਾਂ ਨਾਲ ਲੜਨਾ ਚਾਹੁੰਦਾ ਏ। ਹਜ਼ੂਰ ਆਖਣ ਲੱਗੇ, ਮਹੰਤ ਕਿਰਪਾਲ ਦਾਸ ਜੀ ਜੰਗ ਲੜਨ ਵਾਸਤੇ ਸ਼ਸਤਰ ਚਲਾਉਣਾ ਆਉਣਾ ਚਾਹੀਦਾ ਏ। ਨਾ ਤੁਹਾਨੂੰ ਤਲਵਾਰ ਚਲਾਉਣੀ ਆਵੇ, ਨਾ ਤੁਹਾਨੂੰ ਤੀਰ ਚਲਾਉਣਾ ਆਵੇ, ਨਾ ਤੁਹਾਨੂੰ ਬੰਦੂਕ ਚਲਾਉਣੀ ਆਵੇ, ਨਾ ਤੁਹਾਨੂੰ ਘੋੜ ਸਵਾਰੀ ਆਵੇ। ਤੇ ਜਿਨ੍ਹਾਂ ਨਾਲ ਤੁਸੀਂ ਨੇ ਜੰਗ ਲੜਨੀ ਹੈ ਨਾ, ਉਹਨਾਂ ਨੇ ਸਾਰੇ ਕਰਵਤ ਆਉਂਦੇ ਨੇ, ਤੁਸੀਂ ਜੰਗ ਕਿਵੇਂ ਲੜੋਗੇ। ਤੇ ਸਾਹਮਣੇ ਖਲੋ ਕੇ ਮਹੰਤ ਕਿਰਪਾਲ ਦਾਸ ਨੇ ਆਖਿਆ, ਪਾਤਸ਼ਾਹ ਆ ਜਿਹੜੇ ਸਿੱਖ ਜੰਗ ਲੜ ਰਹੇ ਆਪ ਲੜ ਰਹੇ ਆ। ਹਜ਼ੂਰ ਨੇ ਆਖਿਆ ਹਾਂ, ਤੇ ਮਹੰਤ ਕਿਰਪਾਲ ਦਾਸ ਨੇ ਆਖਿਆ, ਪਾਤਸ਼ਾਹ ਜੰਗ ਤੇ ਬੇਸ਼ੱਕ ਉਹ ਲੜ ਰਹੇ ਨੇ, ਪਰ ਕਲਾ ਗੁਰਦੇਵ ਪਾਤਸ਼ਾਹ ਜੀ ਤੁਹਾਡੀ ਵਰਤ ਰਹੀ ਏ, ਉਹਨਾਂ ਦੀ ਪਿੱਠ ਉੱਤੇ ਤੁਹਾਡਾ ਹੱਥ ਆ। ਗੁਰਦੇਵ ਪਾਤਸ਼ਾਹ ਜੇ ਉਹੀ ਹੱਥ ਤੁਸੀਂ ਮੇਰੀ ਪਿੱਠ ਉੱਤੇ ਰੱਖਦੇ ਹੋ ਨਾ, ਜਿਹੜਾ ਕੰਮ ਆ ਸਲੋਤਰ ਕਰੇਗਾ ਨਾ, ਉਹ ਕੰਮ ਸ਼ਾਇਦ ਬੰਦੂਕ ਦੀ ਗੋਲੀ ਵੀ ਨਾ ਕਰ ਸਕੇ। ਹਜ਼ੂਰ ਨੇ ਆਗਿਆ ਦਿੱਤੀ, ਮੈਦਾਨੇ ਜੰਗ ਵਿੱਚ ਆਇਆ। ਇਹਦਾ ਮੁਕਾਬਲਾ ਹਜ਼ਾਤ ਖਾਨ ਮੁਗਲ ਪਠਾਨ ਦੇ ਨਾਲ ਹੋਇਆ। ਇਹਨੇ ਹਜ਼ਾਤ ਖਾਨ ਦੀ ਪ੍ਰਾਪਰਟੀ ਦੇ ਵਿੱਚ ਪਿਆਰੀ ਸਾਧ ਸੰਗੀ ਸਲੋਤਰ ਮਾਰਿਆ ਤੇ ਜਹਾਦ ਖਾਨ ਦਾ ਸਿਰ ਇਉਂ ਪਾੜ ਗਿਆ ਜਿਵੇਂ ਪੱਕੇ ਥਾਂ ਉੱਤੇ ਹਦਵਾਣਾ ਡੇ ਕੇ ਪਾੜਦਾ ਏ। ਗੁਰਦੇਵ ਪਾਤਸ਼ਾਹ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ। ਅੱਜ ਕਈਆਂ ਸਾਲਾਂ ਬਾਅਦ ਮੇਰੇ ਗੁਰਦੇਵ ਪਾਤਸ਼ਾਹ ਮਹਾਰਾਜ ਮਹੰਤ ਕਿਰਪਾਲ ਦਾਸ ਦੇ ਡੇਰੇ
ਪਿੰਡ ਹਿਰਲ ਦੀ ਧਰਤੀ ਉੱਤੇ ਗਏ। ਪਰ ਪਿਆਰੀ ਸਾਧ ਸੰਗਤ ਜੀ, ਗੁਰੂ ਦੇ ਸਾਹਮਣੇ ਵਸਤਾਂ ਰੱਖ ਕੇ ਮੱਥਾ ਟੇਕ ਕੇ ਆਖਣ ਲੱਗਾ, ਪਾਤਸ਼ਾਹ ਮੈਂ ਤੁਹਾਨੂੰ ਆਪਣੇ ਡੇਰੇ ਵਿੱਚ ਨਹੀਂ ਰੱਖ ਸਕਦਾ, ਅੱਗੇ ਤੁਹਾਡੇ ਬੜੇ ਸੇਵਕ ਤੁਹਾਨੂੰ ਉਡੀਕ ਰਹੇ ਨੇ, ਅੱਗੇ ਜਾ ਸਕਦੇ ਜੋ। ਹਜ਼ੂਰ ਸਮੇਂ ਦੇ ਹਾਲਾਤ ਵੇਖ ਕੇ ਮੁਸਕਰਾਏ। ਇੱਥੋਂ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਤੁਰੇ, ਪਿੰਡ ਸਿਲੋਆਣੀ ਪਹੁੰਚ ਗਏ। ਪਿੰਡ ਸਿਲੋਆਣੀ ਤੋਂ ਲੰਮੇ ਜੱਟਪੁਰੇ ਤੋਂ ਗੁਰਦੇਵ ਪਾਤਸ਼ਾਹ ਮਹਾਰਾਜ ਰਾਏਕੋਟ ਦੀ ਧਰਤੀ ਉੱਤੇ ਜੰਗਲ ਨੂੰ ਭਾਗ ਲਾਉਂਦੇ ਆ। ਇੱਕ ਟਾਲੀ ਦੇ ਦਰਖਤ ਨਾਲ ਮੇਰੇ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਢੋਲ ਲਾ ਕੇ ਬੈਠ ਗਏ ਆ ਰਾਏਕੋਟ ਦੀ ਧਰਤੀ ਉੱਤੇ। ਸਵੇਰ ਦਾ ਸਮਾਂ ਹੋਇਆ। ਇੱਥੇ ਇੱਕ ਚੌਧਰੀਏ ਜਿਹਦਾ ਨਾਂ ਹੈ ਰਾਏ ਕੱਲਾ, ਇਹਦਾ ਇੱਕ ਇਮਾਨਦਾਰ ਨੌਕਰ ਏ ਜਿਹਦਾ ਨਾਂ ਹੈ ਨੂਰਾ ਮਾਹੀ। ਉਹ ਚੌਧਰੀ ਦੇ ਡੰਗਰ ਪਸ਼ੂਆਂ ਨੂੰ ਪੱਠੇ ਪਾਇਆ ਕਰਦਾ ਸੀ। ਸਵੇਰੇ ਪੱਠੇ ਪਾ ਕੇ ਡੰਗਰਾਂ ਦੀਆਂ ਧਾਰਾਂ ਕੱਢ ਕੇ ਫਿਰ ਇਹਨਾਂ ਡੰਗਰਾਂ ਦੇ ਸੰਗਲ ਕਿੱਲਿਆਂ ਨਾਲ ਲਾ ਕੇ ਪਿਆਰੀ ਸਾਧ ਸੰਗੀ ਜੰਗਲ ਵਿੱਚ ਚਾਰਨ ਵਾਸਤੇ ਲੈ ਕੇ ਤੁਰ ਪਿਆ। ਜਦੋਂ ਜੰਗਲ ਵਿੱਚ ਆਇਆ, ਉਹਨੇ ਕੀ ਤੱਕਿਆ, ਸਾਹਮਣੇ ਇੱਕ ਪੀਰ ਬੈਠਾ ਹੋਇਆ ਏ, ਟਾਲੀ ਦੇ ਦਰਖਤ ਨਾਲ ਢੋਲ ਲਾ ਕੇ, ਉਹਦੇ ਨਾਲ 3 ਸੇਵਕ ਬੈਠੇ ਹੋਏ ਨੇ। ਛੱਡ ਕੇ ਰਾਏ ਕੱਲੇ ਦੀ ਹਵੇਲੀ ਵਿੱਚੋਂ ਉਹਦੇ ਡੰਗਰ ਪਸ਼ੂ ਨੂਰਾ ਮਾਹੀ ਜੰਗਲ ਵਿੱਚ ਆ ਕੇ ਉੱਥੇ ਪਹੁੰਚ ਜਾਂਦਾ ਜਿੱਥੇ ਕਲਗੀਧਰ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਬੈਠੇ ਹੋਏ ਨੇ। ਨੂਰਾ ਮਾਹੀ ਮੇਰੇ ਗੁਰਦੇਵ ਪਾਤਸ਼ਾਹ ਮਹਾਰਾਜ ਨੂੰ ਨਾਂ ਤੋਂ ਜਾਣਦਾ ਸੀ, ਚਿਹਰੇ ਤੋਂ ਨਹੀਂ ਸੀ ਜਾਣਦਾ। ਤੁਹਾਡੇ ਪਿੰਡ ਝਿੰਗੜ ਕਲਾਂ ਦੀ ਧਰਤੀ ਉੱਤੇ ਆਏ ਆ, ਪਹਿਲੀ ਵਾਰ ਆਏ ਆ। ਵੀਰ ਮਨਿੰਦਰ ਸਿੰਘ ਹੋਣਾ ਨਾਲ ਫੋਨ ਤੇ ਗੱਲ ਹੋਈ, ਮੈਂ ਕੱਲਾ ਨਾਂ ਤੋਂ ਜਾਣਦਾ ਸੀ, ਚਿਹਰੇ ਤੋਂ ਨਹੀਂ ਸੀ ਜਾਣਦਾ। ਸਾਨੂੰ ਆ ਕੇ ਮਿਲੇ, ਮੈਂ ਪੁੱਛਿਆ ਜੀ ਵੀਰ ਮਨਿੰਦਰ ਸਿੰਘ ਨੂੰ ਮਿਲਣਾ ਏ? ਕਹਿੰਦੇ ਮੈਂ ਹੀ ਆ ਵੀਰ ਮਨਿੰਦਰ ਸਿੰਘ। ਪਿਆਰੀ ਸਾਧ ਸਿੰਘ ਜੀ, ਇਸੇ ਤਰ੍ਹਾਂ ਨੂਰਾ ਮਾਹੀ ਕਲਗੀਧਰ ਗੁਰਦੇਵ ਪਾਤਸ਼ਾਹ ਨੂੰ ਨਾਂ ਤੋਂ ਜਾਣਦਾ ਸੀ, ਚਿਹਰੇ ਤੋਂ ਨਹੀਂ ਸੀ ਜਾਣਦਾ। ਹਜ਼ੂਰ ਦੇ ਕੋਲੇ ਆਇਆ, ਪੀਰ ਸਮਝ ਕੇ ਮੱਥਾ ਟੇਕਿਆ, ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਹੱਥ ਜੋੜ ਕੇ ਸੇਵਾ ਕਰਨ ਵਾਸਤੇ ਬੇਨਤੀ ਕੀਤੀ। ਧਿਆਨ ਦੇ ਕੇ ਸਰਵਣ ਕਰਨਾ। ਨੂਰਾ ਮਾਹੀ ਮੱਥਾ ਟੇਕ ਕੇ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਖਲੋ ਕੇ ਸੇਵਾ ਵਾਸਤੇ ਇੱਕ ਪਿਆਰ ਭਰੀ ਬੇਨਤੀ ਹੈ। ਇਹੋ ਕਰ सूरमा दान दे करने वाला, देखो लाल माता पैदा करे कोई कोई, हर कोई अपनी पंड उठावदा है, ते पंड सीस ते किसे दी धरिए कोई कोई। मिठा बोलना ते जग खुश रहिंदा, कौड़ा बोलिया किसे दा जरे कोई कोई। मर गई अपने आप ली कुल दुनिया, देखा कौम ली सूरमा मरे कोई कोई।
दसवें पातशाह है आसन लाया, जिथे दसवें पातशाह है आसन लाया, हो जिथे दसवें पातशाह है आसन लाया, जिथे दसवें पातशाह है आसन लाया, हो जिथे दसवें पातशाह है आसन लाया। सीने खिच प्यार दी प्यार दी प्यार दी, सीने खिच प्यार दी है शीस झुकाया, सीने खिच प्यार दी है शीस झुकाया, ओ सीने खिच प्यार दी है शीस झुकाया, हो सीने खिच प्यार दी है शीस झुकाया, हो जी सीने खिच प्यार दी है शीस झुकाया। सेवा दसो पातशाह नूरे फरमाया, सेवा दसो पातशाह। सेवा दसो पातशाह नूरे फरमाया, सेवा दसो पातशाह नूरे फरमाया, हो सेवा दसो पातशाह, हो पातशाह पातशाह नूरे फरमाया। नूरे फरमाया, फिर पमती सतगुरु सतगुरु सतगुरु, फिर पमती सतगुरु वरतों दे माया, फिर पमती सतगुरु वरतों दे माया, फिर पमती सतगुरु वरतों दे माया, हो फिर पमती सतगुरु वरतों दे माया, फिर पमती सतगुरु वरतों दे माया, फिर पमती सतगुरु वरतों दे माया। ਨੂਰਾ ਮਾਹੀ ਚੱਲ ਕੇ ਡੰਗਰ ਚਾਰਦਾ ਹੋਇਆ ਕਲਗੀਧਰ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਆਇਆ ਤੇ ਮੱਥਾ ਟੇਕਦਾ ਏ। ਦੋ ਹੱਥ ਜੋੜ ਕੇ ਨਿਮਰਤਾ ਦੇ ਨਾਲ ਸਿਰ ਝੁਕਾ ਕੇ ਬੇਨਤੀ ਕਰਕੇ ਆਖਣ ਲੱਗਾ, ਪੀਰ ਜੀ ਕੋਈ ਸੇਵਾ ਦਾ ਮੌਕਾ ਦਿਓ, ਤੁਸੀਂ ਰੱਬ ਦੇ ਪਿਆਰੇ ਜੋ ਰੱਬ ਦੀ ਬੰਦਗੀ ਕਰਨ ਵਾਲੇ ਜੋ ਭਜਨ ਕਰਨ ਵਾਲੇ ਜੋ ਅੱਲਾ ਦਾ ਨਾਮ ਜਪਣ ਵਾਲੇ ਜੋ ਤੁਹਾਡੀ ਮੈਂ ਸੇਵਾ ਕਰ ਲਵਾਂ ਤੇ ਮੇਰਾ ਵੀ ਜੀਵਨ ਧੰਤਾ ਦੇ ਯੋਗ ਹੋ ਜਾਵੇਗਾ। ਹਜ਼ੂਰ ਆਖਣ ਲੱਗੇ ਮਾਹੀ ਜੀ ਤੁਸੀਂ ਸਾਨੂੰ ਸੇਵਾ ਵਾਸਤੇ ਬੇਨਤੀ ਕਰ ਰਹੇ ਜੇ ਕੋਈ ਸੇਵਾ ਬਖਸ਼ਿਓ। ਅੱਜ ਸਾਡਾ ਚਿੱਤ ਕਰਦਾ ਏ ਕਿ ਦੁੱਧ ਛਕਿਆ ਜਾਵੇ। ਤੁਹਾਡੇ ਕੋਲੋਂ ਬੜੀਆਂ ਅੱਲਾ ਦੀ ਕਿਰਪਾ ਦੇ ਨਾਲ ਮੱਝਾਂ ਨੇ
ਇਹਨਾਂ ਮੱਝਾਂ ਵਿੱਚੋਂ ਇੱਕ ਮੱਝ ਚੋ ਕੇ ਤੇ ਭਾਈ ਸਾਹਿਬ ਜੀ ਸਾਨੂੰ ਦੁੱਧ ਛਕਾਉਣ ਦੀ ਸੇਵਾ ਕਰੋ। ਨੂਰੇ ਮਾਹੀ ਨੇ ਆਖਿਆ ਪੀਰ ਜੀ ਇੱਕ ਬੇਨਤੀ ਪ੍ਰਵਾਨ ਕਰਿਓ, ਸੇਵਾ ਤੁਸਾਂ ਨੇ ਮੈਨੂੰ ਬੜੀ ਕਠਿਨ ਲਾ ਦਿੱਤੀ ਏ। ਪੀਰ ਜੀ ਜਿਹੜੀਆਂ ਸਾਹਮਣੇ ਮੱਝਾਂ ਤੁਹਾਡੇ ਬਿਲਕੁਲ ਚੱਲ ਰਹੀਆਂ ਨੇ ਇਹ ਸੱਜਰਾ ਮੱਝਾਂ ਨੇ, ਸੱਜਰਾ, ਤੇ ਹੁਣੇ ਚੋ ਕੇ ਮੈਂ ਚੌਧਰੀ ਸਾਹਿਬ ਦੀ ਹਵੇਲੀ ਵਿੱਚੋਂ ਬਾਹਰ ਕੱਢ ਕੇ ਤੇ ਜੰਗਲ ਵਿੱਚ ਚਾਰਨ ਵਾਸਤੇ ਆਇਆ ਏ। ਜਿਹੜੀਆਂ ਮੱਝਾਂ ਪੀਰ ਜੀ ਇਸ ਪਾਸੇ ਚੱਲ ਰਹੀਆਂ ਨਾ ਇਹ ਤੋਕੜ ਮੱਝਾਂ ਨੇ, ਰਾਤ ਚੋਈਆਂ ਏ ਤੇ ਦਿਨੇ ਮਿਲਦੀਆਂ ਨਹੀਂ ਏ। ਤੇ ਪੀਰ ਜੀ ਜਿਹੜੀਆਂ ਇਸ ਪਾਸੇ ਮੱਝਾਂ ਚੱਲ ਰਹੀਆਂ ਝੋਟੀਆਂ ਨੇ, ਨਾ ਤੇ ਸੂਈਆਂ ਨੇ ਨਾ ਇਹ ਸੂਣ ਵਾਲੀਆਂ ਨੇ, ਇਹ ਔਸਰ ਝੋਟੀਆਂ ਨੇ ਜਿਨ੍ਹਾਂ ਨੂੰ ਠੇਠ ਪੰਜਾਬੀ ਪੇਂਡੂ ਭਾਸ਼ਾ ਵਿੱਚ ਆਪਾਂ ਫੰਡਣ ਮੱਝਾਂ ਆਖ ਦਿੰਦੇ ਆ। ਸਤਿਗੁਰੂ ਮਹਾਰਾਜ ਜੀ ਮੈਂ ਤੁਹਾਨੂੰ ਦੁੱਧ ਛਕਾਉਣ ਦੀ ਸੇਵਾ ਨਹੀਂ ਕਰ ਸਕਦਾ। ਸਤਿਗੁਰੂ ਮਹਾਰਾਜ ਨੇ ਆਖਿਆ ਭਾਈ ਸਾਹਿਬ ਆ ਔਸਰ ਝੋਟੀਆਂ ਵਿੱਚੋਂ ਇੱਕ ਝੋਟੀ ਅੱਗੇ ਕੱਢ ਕੇ ਲੈ ਕੇ ਆਓ। ਨੂਰਾ ਮਾਹੀ ਗਿਆ, ਉਹ ਆਪਣੀਆਂ ਔਸਰ ਝੋਟੀਆਂ ਵਿੱਚੋਂ ਇੱਕ ਝੋਟੀ ਅੱਗੇ ਲੈ ਕੇ ਆਇਆ। ਸਤਿਗੁਰੂ ਮਹਾਰਾਜ ਜੀ ਆਖਣ ਲੱਗੇ ਭਾਈ ਸਾਹਿਬ ਜੀ ਥਾਪੀ ਮਾਰੋ, ਪਰਮਾਤਮਾ ਦਾ ਨਾਮ ਲੈ ਕੇ, ਅੱਲਾ ਦਾ ਨਾਮ ਲੈ ਕੇ ਇਸ ਮੱਝ ਦੇ ਥੱਲੇ ਬੈਠ ਜਾਇਓ, ਅੱਲਾ ਕਿਰਪਾ ਕਰੇਗਾ ਤੁਹਾਨੂੰ ਦੁੱਧ ਪ੍ਰਾਪਤ ਹੋ ਜਾਵੇਗਾ। ਨੂਰੇ ਮਾਹੀ ਨੇ ਦੋ ਹੱਥ ਜੋੜ ਕੇ ਆਖਿਆ ਪੀਰ ਜੀ ਮੈਂ ਤੁਹਾਨੂੰ ਇੱਕ ਅਰਦਾਸ ਕੀਤੀ ਸੀ, ਬੇਨਤੀ ਕੀਤੀ ਸੀ ਕਿ ਮੈਨੂੰ ਸੇਵਾ ਵਾਸਤੇ ਮੌਕਾ ਦਿਓ। ਤੁਸੀਂ ਸੇਵਾ ਵਾਸਤੇ ਮੌਕਾ ਤੇ ਨਹੀਂ ਦਿੱਤਾ, ਪਰ ਤੁਸਾਂ ਨੇ ਮੇਰੇ ਨਾਲ ਇੱਕ ਕੋਝਾ ਮਜ਼ਾਕ ਕਰ ਦਿੱਤਾ ਹੈ। ਤੁਸੀਂ ਰੱਬ ਦਾ ਨਾਮ ਜਪਣ ਵਾਲੇ ਜੋ, ਤੇ ਰੱਬ ਦਾ ਨਾਮ ਜਪਣ ਵਾਲਿਆਂ ਨੂੰ ਇਹੋ ਜਿਹਾ ਮਜ਼ਾਕ ਚੰਗਾ ਨਹੀਂ ਲੱਗਦਾ। ਮੈਂ ਬੇਨਤੀ ਕਰਦਾ ਹਾਂ ਔਸਰ ਝੋਟੀਏ, ਤੁਸੀਂ ਕਹਿੰਦੇ ਜੋ ਥਾਪੀ ਮਾਰ ਕੇ ਬਹਿ ਜਾਓ ਦੁੱਧ ਮਿਲ ਜਾਵੇਗਾ, ਇਹ ਕਿਵੇਂ ਹੋ ਸਕਦਾ ਏ? ਸਤਿਗੁਰੂ ਮਹਾਰਾਜ ਜੀ ਆਖਣ ਲੱਗੇ ਭਾਈ ਸਾਹਿਬ ਜੀ ਅੱਲਾ ਕਿਰਪਾ ਕਰੇਗਾ। ਨੂਰੇ ਮਾਹੀ ਨੇ ਆਖਿਆ ਪੀਰ ਜੀ ਤੁਹਾਡੇ ਬਚਨ ਸੱਚ ਹੋ ਸਕਦੇ ਆ, ਆ ਝੋਟੀ ਦੁੱਧ ਦੇ ਸਕਦੀ ਏ, ਪਰ ਫਿਰ ਵੀ ਦੁੱਧ ਛਕਾਉਣ ਦੀ ਸੇਵਾ ਨਹੀਂ ਕਰ ਸਕਦਾ। ਹਜ਼ੂਰ ਆਖਣ ਲੱਗੇ ਕਿਉਂ? ਨੂਰੇ ਮਾਹੀ ਨੇ ਆਖਿਆ ਪੀਰ ਜੀ ਮੱਝ ਚੋਣ ਵਾਸਤੇ ਨਾ ਤੁਹਾਡੇ ਕੋਲ ਕੋਈ ਬਰਤਨ ਤੇ ਨਾ ਮੇਰੇ ਕੋਲ ਕੋਈ ਬਰਤਨ ਆ, ਦੁੱਧ ਕਿਵੇਂ ਛਕਾਇਆ ਜਾਵੇਗਾ? ਹਜ਼ੂਰ ਗੁਰਦੇਵ ਪਾਤਸ਼ਾਹ ਮਹਾਰਾਜ ਨੇ ਪਿਆਰੀ ਸਾਧ ਸਿੰਘ ਜੀ ਆਪਣੀ ਬੁੱਕਲ ਵਿੱਚੋਂ ਇੱਕ ਪਿਆਰੀ ਸਾਧ ਸਿੰਘ ਜੀ ਭਾਂਡਾ ਕੱਢਿਆ ਏ। ਇਸ ਭਾਂਡੇ ਦੇ ਚਾਰੇ ਪਾਸੇ ਛੇਕ ਨੇ ਤੇ ਪਿਆਰੀ ਸਾਧ ਸਿੰਘ ਜੀ ਇਹਨੂੰ ਗੰਗਾ ਸਾਗਰ ਆਖਿਆ ਜਾਂਦਾ ਏ। ਨੂਰੇ ਮਾਹੀ ਨੇ ਆਪਣੀ ਇੱਕ ਅੱਖ ਬੰਦ ਕੀਤੀ, ਛੇਕ ਵਿੱਚ ਦੀ ਧਿਆਨ ਮਾਰਿਆ ਤੇ ਦੂਸਰੇ ਪਾਸੇ ਕਲਗੀਧਰ ਗੁਰਦੇਵ ਪਾਤਸ਼ਾਹ ਦੇ ਚਿਹਰੇ ਦੇ ਦਰਸ਼ਨ ਹੋ ਗਏ। ਨੂਰਾ ਮਾਹੀ ਆਖਣ ਲੱਗਾ ਪੀਰ ਜੀ ਤੁਸਾਂ ਨੇ ਮੇਰੇ ਨਾਲ ਦੋ ਮਜ਼ਾਕ ਕੀਤੇ। ਪਹਿਲਾ ਮਜ਼ਾਕ ਇਹ ਕੀਤਾ ਔਸਰ ਝੋਟੀ ਦੇ ਦੁੱਧ ਦੇ ਸਕਦੀ ਏ, ਮੈਂ ਤੁਹਾਡੀ ਗੱਲ ਮੰਨ ਲਈ, ਤੁਸੀਂ ਅੱਲਾ ਨੂੰ ਮੰਨਣ ਵਾਲੇ ਜੋ, ਔਸਰ ਝੋਟੀ ਤੁਹਾਡੇ ਬਚਨਾਂ ਨਾਲ ਦੁੱਧ ਦੇ ਸਕਦੀ ਏ, ਪਰ ਜਿਹੜੇ ਬਰਤਨ ਵਿੱਚ ਤੁਸੀਂ ਮੈਨੂੰ ਮੱਝ ਚੋਣ ਵਾਸਤੇ ਕਹਿ ਰਹੇ ਜੋ ਨਾ ਇਹਦੇ ਵਿੱਚ ਤੇ ਚਾਰੇ ਪਾਸੇ ਛੇਕ ਨੇ, ਜੇ ਮੱਝ ਨੇ ਦੁੱਧ ਵੀ ਦੇ ਦਿੱਤਾ ਤੇ ਪੀਰ ਜੀ ਇਹਦੇ ਵਿੱਚ ਇੱਕ ਬੂੰਦ ਵੀ ਦੁੱਧ ਦੀ ਨਹੀਂ ਟਿਕੇਗੀ। ਕਲਗੀਧਰ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਮੁਸਕਰਾ ਕੇ ਆਖਣ ਲੱਗੇ ਭਾਈ ਸਾਹਿਬ ਜਿਸ ਅੱਲਾ ਦੀ ਕਿਰਪਾ ਦੇ ਨਾਲ ਔਸਰ ਝੋਟੀ ਦੁੱਧ ਦੇ ਸਕਦੀ ਏ, ਉਸੇ ਅੱਲਾ ਦੀ ਕਿਰਪਾ ਦੇ ਨਾਲ ਇਸ ਛੇਕਾਂ ਵਾਲੇ ਬਰਤਨ ਵਿੱਚ ਦੁੱਧ ਵੀ ਖਲੋ ਜਾਵੇਗਾ। ਨੂਰੇ ਮਾਹੀ ਨੇ ਮਨ ਨਾਲ ਵਿਚਾਰ ਕਰਕੇ ਆਖਿਆ ਮਣਾ ਇਸ ਪੀਰ ਦੀ ਪੀਰੀ ਨੂੰ ਅੱਜ ਪਰਖ ਕੇ ਵੇਖਿਆ ਜਾਵੇ, ਔਸਰ ਝੋਟੀ ਦੁੱਧ ਦਿੰਦੀ ਏ ਕਿ ਨਹੀਂ ਦਿੰਦੀ। ਜੇ ਦੁੱਧ ਦੇ ਦਿੱਤਾ ਇਸ ਛੇਕਾਂ ਵਾਲੇ ਬਰਤਨ ਵਿੱਚ ਦੁੱਧ ਟਿਕੇਗਾ ਕਿ ਨਹੀਂ ਟਿਕੇਗਾ, ਅੱਜ ਇਸ ਪੀਰ ਦੀ ਫਕੀਰੀ ਨੂੰ ਪਰਖ ਕੇ ਵੇਖਿਆ ਜਾਵੇਗਾ। ਨੂਰੇ ਮਾਹੀ ਨੇ ਮੱਝ ਨੂੰ ਥਾਪੀ ਮਾਰੀ, ਪਿਆਰੀ ਸਾਧ ਸਿੰਘ ਜੀ ਮੱਝ ਦੇ ਥੱਲੇ ਬੈਠਾ, ਜਿਹੜੀ ਔਸਰ ਝੋਟੀ ਸੀ ਕਲਗੀਧਰ ਪਾਤਸ਼ਾਹ ਦੀ ਕਿਰਪਾ ਹੀ ਪਿਆਰੀ ਸਾਧ ਸਿੰਘ ਜੀ ਨੇ ਦੁੱਧ ਲਾ ਲਿਆ। ਨੂਰੇ ਮਾਹੀ ਨੇ ਗੰਗਾ ਸਾਗਰ ਬਰਤਨ ਅੰਦਰ ਦੁੱਧ ਚੋਇਆ, ਕੀ ਤੱਕਦਾ ਏ ਕਿ ਇਸ ਜੱਗ ਦੇ ਵਿੱਚੋਂ ਪਿਆਰੀ ਸਾਧ ਸਿੰਘ ਜੀ ਇੱਕ ਵੀ ਬੂੰਦ ਦੁੱਧ ਦੀ ਜ਼ਮੀਨ ਉੱਤੇ ਨਾ ਡਿੱਗੀ। ਗੰਗਾ ਸਾਗਰ ਬਰਤਨ ਦੁੱਧ ਦਾ ਭਰ ਕੇ ਕਲਗੀਧਰ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੇ ਹੱਥਾਂ ਵਿੱਚ ਫੜਾ ਕੇ ਨੂਰਾ ਮਾਹੀ ਇੱਕਦਮ ਦੌੜਿਆ, ਰਾਏ ਕੱਲੇ ਦੀ ਹਵੇਲੀ ਵਿੱਚ ਆ ਗਿਆ। ਇਹਨੇ ਆਵਾਜ਼ ਮਾਰ ਕੇ ਆਖਿਆ ਚੌਧਰੀ ਸਾਹਿਬ ਹਨੇਰ ਸਾਈਂ ਦਾ
ਅੱਜ ਕੋਈ ਰੱਬ ਦਾ ਪਿਆਰਾ ਇਉਂ ਲੱਗਦਾ ਏ ਅੱਲਾ ਦਾ ਰੂਪ ਇਸ ਧਰਤੀ ਉੱਤੇ ਆ ਗਿਆ, ਜਿਨੇ ਆਪਣੀ ਔਸਰ ਝੋਟੀ ਥਲੇ ਦੁੱਧ ਲੈ ਲਿਆ ਤੇ ਇੱਕ ਬਰਤਨ ਦਿੱਤਾ ਜਿਹਦੇ ਚਾਰੇ ਪਾਸੇ ਛੇਕ ਸੀ, ਉਹਦੇ ਵਿੱਚੋਂ ਇੱਕ ਵੀ ਬੂੰਦ ਦੁੱਧ ਦੀ ਜ਼ਮੀਨ ਉੱਤੇ ਨਹੀਂ ਡਿੱਗੀ। ਉਸੇ ਵੇਲੇ ਰਾਏ ਕੱਲੇ ਚੌਧਰੀ ਦਾ ਮੱਥਾ ਠਣਕਿਆ, ਕਿਉਂਕਿ 2 ਦਿਨ ਪਹਿਲਾਂ ਰਾਏ ਕੱਲੇ ਦੇ ਕੁੜਮ ਨਿਹੰਗ ਖਾਂ ਪਿੰਡ ਕੋਟਲੇ ਵਾਲੇ ਰੋਪੜ ਦੀ ਧਰਤੀ ਵਾਲੇ ਨੇ ਰਾਏ ਕੱਲੇ ਨੂੰ ਇੱਕ ਖੱਤ ਲਿਖਿਆ ਸੀ, ਕਿਉਂਕਿ ਰਾਏ ਕੱਲੇ ਦਾ ਇਹ ਕੁੜਮ ਲੱਗਦਾ ਏ, ਕਿਉਂਕਿ ਇਹਦਾ ਪੁੱਤਰ ਜਿਹੜਾ ਸੀ ਪਿਆਰੀ ਸਾਧ ਸਿੰਘ ਜੀ ਕੋਟਲੇ ਨਿਹੰਗ ਖਾਂ ਦਾ ਰਾਏ ਕੱਲੇ ਦੀ ਧੀ ਦੇ ਨਾਲ ਵਿਆਹਿਆ ਹੋਇਆ ਸੀ। ਉਹਨੇ ਖੱਤ ਘੱਲਿਆ ਸੀ, ਭਾਜੀ ਤੁਹਾਡੇ ਇਲਾਕੇ ਵਿੱਚ ਜੇ ਕਲਗੀਧਰ ਗੁਰਦੇਵ ਪਾਤਸ਼ਾਹ ਮਹਾਰਾਜ ਹੋਣ, ਉਹਨਾਂ ਦੀ ਰੱਜ ਕੇ ਸੇਵਾ ਕਰਿਓ। ਰਾਏ ਕੱਲੇ ਨੇ ਆਖਿਆ ਪੀਰਨੀਏ ਤੇ ਕਲਗੀਧਰ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਹੋਣਗੇ। ਆਪਣੀ ਹਵੇਲੀ ਵਿੱਚੋਂ ਦੌੜਿਆ, ਜੰਗਲ ਵਿੱਚ ਆਇਆ, ਕਲਗੀਧਰ ਨੂੰ ਪਹਿਚਾਨ ਲਿਆ ਤੇ ਗੁਰੂ ਦੇ ਚਰਨਾਂ ਉੱਤੇ ਮੱਥਾ ਟੇਕਿਆ। ਪਰਿਵਾਰ ਨੇ ਰੱਜ ਕੇ ਸੇਵਾ ਕੀਤੀ। ਕੁਝ ਦਿਨ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਇੱਥੇ ਰਹੇ। ਇੱਕ ਦਿਨ ਰਾਏ ਕੱਲੇ ਨੇ ਬੇਨਤੀ ਕਰਕੇ ਆਖਿਆ, ਪਾਤਸ਼ਾਹ ਕੋਈ ਸੇਵਾ ਬਖਸ਼ੋ। ਹਜ਼ੂਰ ਆਖਣ ਲੱਗੇ, ਚੌਧਰੀ ਸਾਹਿਬ ਜਦੋਂ ਚਮਕੌਰ ਦੀ ਧਰਤੀ ਉੱਤੋਂ ਮਾਛੀਵਾੜੇ ਦੇ ਜੰਗਲਾਂ ਨੂੰ ਆਏ ਸਨ, ਸਰਹੰਦ ਵਾਲੇ ਪਾਸਿਓਂ ਕੋਈ ਸਾਨੂੰ ਚੰਗੀਆਂ ਹਵਾਵਾਂ ਨਹੀਂ ਆਈਆਂ, ਨਾ ਕੋਈ ਚੰਗੀ ਖਬਰ ਆਈ ਏ। ਕੋਈ ਆਪਣਾ ਇਮਾਨਦਾਰ ਬੰਦਾ ਘੱਲੋ ਜਿਹੜਾ ਸਰਹੰਦ ਦੀ ਧਰਤੀ ਤੋਂ ਇਹ ਖਬਰ ਲੈ ਕੇ ਆਵੇ ਸਾਡੇ ਪੁੱਤਰਾਂ ਨਾਲ ਕੀ ਬੀਤੀ ਏ, ਸਾਡੇ ਪੁੱਤਰਾਂ ਦੇ ਨਾਲ ਕੀ ਹੋਈ ਏ। ਸਾਡੀ ਮਾਂ ਜਿਹਨੇ ਸਾਨੂੰ ਇਸ ਸੰਸਾਰ ਉੱਤੇ ਜਣਿਆ ਏ, ਉਸ ਮਾਂ ਦੇ ਨਾਲ ਪਾਪੀ ਸਰਕਾਰ ਨੇ ਕੀ ਕੀਤਾ ਏ। ਕੋਈ ਆਪਣਾ ਇਮਾਨਦਾਰ ਬੰਦਾ ਘੱਲੋ ਜਿਹੜਾ ਉੱਥੋਂ ਖਬਰ ਲਿਆ ਕੇ ਸੱਚ ਦਵੇ। ਰਾਏ ਕੱਲੇ ਚੌਧਰੀ ਨੇ ਆਖਿਆ, ਸਤਿਗੁਰੂ ਮਹਾਰਾਜ ਤੁਹਾਡਾ ਹੁਕਮ ਹੋਵੇ ਨਾ, ਆ ਜਿਹੜਾ ਮੇਰਾ ਨੌਕਰ ਏ ਨੂਰਾ ਮਾਹੀ ਬੜਾ ਇਮਾਨਦਾਰ ਏ, ਇਹਦੇ ਉੱਤੇ ਮੈਂ ਬੜਾ ਵਿਸ਼ਵਾਸ ਕਰਦਾ ਏ, ਇਹਨੂੰ ਕਦੇ ਨੌਕਰ ਨਹੀਂ ਆਪਣੇ ਪਰਿਵਾਰ ਦਾ ਮੈਂਬਰ ਸਮਝਿਆ ਏ। ਇਹਦੀ ਭੈਣ ਨੂਰੀ ਸਰਹੰਦ ਦੀ ਧਰਤੀ ਉੱਤੇ ਵਿਆਹੀ ਹੋਈ ਏ, ਜੇ ਤੁਹਾਡਾ ਹੁਕਮ ਹੋਵੇ ਤੇ ਇਹਨੂੰ ਘਲਾਇਆ ਜਾਵੇ। ਹਜ਼ੂਰ ਨੇ ਆਵਾਜ਼ ਮਾਰ ਕੇ ਨੂਰੇ ਮਾਹੀ ਨੂੰ ਕੋਲ ਬੁਲਾਇਆ। ਗੁਰਦੇਵ ਪਾਤਸ਼ਾਹ ਮਹਾਰਾਜ ਨੇ ਬੱਚਿਆਂ ਵਾਂਗ ਪਿਆਰ ਕਰਕੇ ਆਖਿਆ, ਨੂਰਿਆ ਜਾ ਸਰਹੰਦ ਦੀ ਧਰਤੀ ਉੱਤੇ ਜਾ ਕੇ ਆਪਣੀ ਭੈਣ ਦੇ ਕੋਲੋਂ ਸਾਡੇ ਛੋਟੇ 2 ਪੁੱਤਰਾਂ ਦੀਆਂ ਖਬਰਾਂ ਦੇ, ਸਾਡੀ ਮਾਂ ਦੀ ਲਿਆ ਕੇ ਸਾਨੂੰ ਖਬਰ ਦੇ। ਗੁਰੂ ਦੇ ਚਰਨਾਂ ਉੱਤੇ ਮੱਥਾ ਟੇਕਿਆ। ਨੂਰਾ ਮਾਹੀ ਤੁਰਿਆ, ਰਾਏਕੋਟ ਦੀ ਧਰਤੀ ਉੱਤੋਂ ਚੱਲ ਕੇ ਸਰਹੰਦ ਦੀ ਧਰਤੀ ਉੱਤੇ ਪਹੁੰਚਿਆ। ਨੂਰੇ ਨੇ ਆਪਣੀ ਭੈਣ ਨੂਰੀ ਦੇ ਘਰ ਦਾ ਦਰਵਾਜ਼ਾ ਖੜਕਾਇਆ। ਨੂਰੀ ਨੇ ਦਰਵਾਜ਼ਾ ਖੋਲ੍ਹਿਆ। ਉਹਨੇ ਕੀ ਤੱਕਿਆ, ਇਹਦੇ ਘਰ ਦੇ ਦਰਵਾਜ਼ੇ ਉੱਤੇ ਇਹਦਾ ਅੰਮਾ ਜਾਇਆ ਵੀਰ ਨੂਰਾ ਮਾਹੀ ਆਇਆ ਏ। ਨੂਰੀ ਭੈਣ ਨੇ ਆਪਣੇ ਵੀਰ ਨੂੰ ਘੁੱਟ ਕੇ ਛਾਤੀ ਨਾਲ ਲਾ ਕੇ ਤੇ ਰੱਜ ਕੇ ਪਿਆਰ ਕੀਤਾ। ਨੂਰੀ ਨੇ ਆਖਿਆ, ਮੈਂ ਵਾਰੇ ਜਾਨੀ ਏ ਵੀਰਾ, ਜਿਹੜੇ ਰਸਤਿਆਂ ਉੱਤੇ ਤੂੰ ਚੱਲ ਕੇ ਆਇਆ ਏ ਆਪਣੀ ਭੈਣ ਨੂੰ ਮਿਲਣ ਵਾਸਤੇ। ਨੂਰੀ ਨੇ ਜਲ ਪਾਣੀ ਛਕਾਇਆ ਆਪਣੇ ਵੀਰ ਨੂੰ ਤੇ ਸਾਹਮਣੇ ਖਲੋ ਕੇ ਨੂਰੇ ਮਾਹੀ ਨੇ ਆਖਿਆ, ਭੈਣ ਮੈਂ ਸਰਹੰਦ ਦੀ ਧਰਤੀ ਤੋਂ ਇੱਕ ਖਬਰ ਲੈਣ ਵਾਸਤੇ ਆਇਆ ਏ। ਨੂਰੀ ਨੇ ਆਖਿਆ, ਵੀਰਾ ਕਿਹੜੀ ਖਬਰ ਲੈਣ ਵਾਸਤੇ ਆਇਆ ਏ। ਨੂਰੇ ਮਾਹੀ ਨੇ ਆਖਿਆ, ਭੈਣ ਮੈਨੂੰ ਕਲਗੀਧਰ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਨੇ ਘੱਲਿਆ ਏ, ਰਾਏਕੋਟ ਦੀ ਧਰਤੀ ਨੂੰ ਭਾਗ ਲਾ ਰਿਹਾ। ਉਹਦੇ ਪੁੱਤਰਾਂ ਦੇ ਨਾਲ ਸਰਹੰਦ ਦੀ ਧਰਤੀ ਉੱਤੇ ਜ਼ਾਲਮਾਂ ਨੇ ਕੀ ਕੀਤਾ ਏ, ਉਹਦੀ ਮਾਂ ਦੇ ਨਾਲ ਕੀ ਕੀਤਾ ਏ, ਇਹ ਖਬਰ ਲੈਣ ਵਾਸਤੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਮੈਨੂੰ ਸਰਹੰਦ ਘੱਲਿਆ ਏ। ਨੂਰੀ ਨੇ ਕਲਗੀਧਰ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦਾ ਨਾਂ ਸੁਣਿਆ, ਆਪਣੇ ਵੀਰ ਕੋਲੋਂ ਦੌੜੀ, ਘਰ ਦੀ ਕੰਧ ਨਾਲ ਮੱਥਾ ਮਾਰ ਕੇ ਨੂਰੀ ਨੇ ਆਪਣਾ ਮੱਥਾ ਪਾੜ ਲਿਆ, ਧਾਹਾਂ ਮਾਰ ਕੇ ਰੋਣ ਲੱਗ ਪਈ। ਨੂਰਾ ਮਾਹੀ ਦੌੜ ਕੇ ਕੋਲੇ ਆਇਆ ਤੇ ਭੈਣ ਦੇ ਲੱਕ ਉੱਤੇ ਹੱਥ ਰੱਖਦਾ ਏ, ਕਹਿੰਦਾ, ਭੈਣ ਮੈਂ ਤੇ ਤੇਰੇ ਕੋਲ ਕਲਗੀਧਰ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੇ ਪੁੱਤਰਾਂ ਦੀ ਖਬਰ ਲੈਣ ਵਾਸਤੇ ਆਇਆ ਸੀ, ਪਰ ਤੂੰ ਕੰਧ ਨਾਲ ਮੱਥਾ ਮਾਰ ਲਿਆ, ਤੇਰਾ ਮੱਥਾ ਪਾੜ ਗਿਆ ਏ, ਤੂੰ ਧਾਹਾਂ ਮਾਰ ਕੇ ਰੋ ਰਹੀ ਏ। ਭੈਣ ਮੈਨੂੰ ਦੱਸ ਤੇ ਸਹੀ, ਸਰਹੰਦ ਦੀ ਧਰਤੀ ਉੱਤੇ ਗੁਰੂ ਦੇ ਪੁੱਤਰਾਂ ਦੇ ਨਾਲ ਤੇ ਗੁਰੂ ਦੀ ਮਾਤਾ ਨਾਲ ਕੀ ਹੋਇਆ ਏ। ਨੂਰੀ ਨੇ ਧਾਹਾਂ ਮਾਰ ਕੇ ਰੋ ਕੇ ਆਖਿਆ, ਵੀਰਾ ਜਦੋਂ ਇਸ ਜ਼ੁਬਾਨ ਵਿੱਚੋਂ ਮੈਂ ਕਲਗੀਧਰ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੇ ਪੁੱਤਰਾਂ ਦੀ ਗੱਲ ਕਰਦੀ ਆ, ਕਲੇਜਾ ਪਾੜ ਕੇ ਮੂੰਹ ਨੂੰ ਆਦ ਆਉਂਦਾ ਏ, ਜ਼ਾਲਮਾਂ ਨੇ ਛੋਟੇ ਬੱਚਿਆਂ ਦੇ ਨਾਲ ਕੀ ਕੀਤਾ ਏ। ਤੇਰਾ ਪੋਹ ਨੂੰ ਸਰਹੰਦ ਦੀ ਧਰਤੀ ਉੱਤੇ ਵੀਰਾ ਇੱਕ ਕੰਧ ਉਸਾਰੀ ਗਈ,
ਜਿਸ ਕੰਧ ਵਿੱਚ ਕਲਗੀਧਰ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੇ 2 ਫਰਜ਼ੰਦ ਖਿਲਾਰੇ ਗਏ। ਵੀਰਾ ਕੰਧ ਗੋਡਿਆਂ ਤੇ ਆਈ, ਗੋਡਿਆਂ ਲਾਗੋ ਕੰਧ ਵਿੰਗੀ ਹੋਣ ਲੱਗੀ, ਜਲਾਦ ਇੱਟ ਤੋੜਨ ਲੱਗਾ। ਵਜ਼ੀਰ ਖਾਨ ਨੇ ਆਖਿਆ, ਉਹ ਜਲਾਦਾ ਇਹ ਮੁਗਲਿਆ ਹਕੂਮਤ ਦੀ ਇੱਟ ਮਹਿੰਗੀ ਏ, ਇਹਨਾਂ ਕਾਫਰ ਬੱਚਿਆਂ ਦੇ ਜਿਸਮ ਸਸਤੇ ਨੇ, ਇੱਟ ਦੀ ਥਾਂ ਉੱਤੇ ਇਹਨਾਂ ਬੱਚਿਆਂ ਦੇ ਗੋਡਿਆਂ ਦੀਆਂ ਚੱਪਣੀਆਂ ਛਿੱਲ ਦਿੱਤੀਆਂ ਦਾਨ। ਜ਼ਾਲਮ ਸਰਕਾਰ ਨੇ ਗੋਡਿਆਂ ਦੀਆਂ ਚੱਪਣੀਆਂ ਛਿੱਲ ਦਿੱਤੀਆਂ। ਫਿਰ ਵੀਰਾ ਕੰਧ ਛਾਤੀਆਂ ਤੇ ਆਈ, ਦੋਵੇਂ ਗੁਰੂ ਦੇ ਲਾਲ ਨੀਹਾਂ ਵਿੱਚ ਛਿਪ ਕੇ ਜ਼ਾਲਮ ਸਰਕਾਰ ਨੇ ਗੁਰੂ ਦੇ ਲਾਲਾਂ ਨੂੰ ਜੀਂਦਿਆਂ ਨੀਹਾਂ ਵਿੱਚ ਚਿਣ ਕੇ ਤੇ 13 ਪੋਹ ਨੂੰ ਸ਼ਹੀਦ ਕਰ ਦਿੱਤਾ। ਫਿਰ ਠੰਡੇ ਬੁਰਜ ਵਿੱਚ ਬੈਠੀ ਹੋਈ ਮਾਤਾ ਦਾਦੀ ਨੂੰ ਜਦੋਂ ਖਬਰ ਮਿਲੀ, ਦਾਦੀ ਮਾਂ ਮਾਤਾ ਗੁਜ਼ਰੀ 10ਮ ਦੁਆਰ ਰਾਹੀਂ ਆਪਣੇ ਸੁਆਸ ਤਿਆਗ ਕੇ ਤੇ ਸ਼ਹਾਦਤ ਜਾਂ ਪੀ ਲਿਆ। ਇਹ ਕੁਝ ਵੀਰੇ ਸਰਹੰਦ ਦੀ ਧਰਤੀ ਉੱਤੇ ਜ਼ਾਲਮ ਸਰਕਾਰ ਨੇ ਕੀਤਾ ਏ। ਭੈਣ ਦੱਸ ਰਹੀ ਸੀ, ਰੋ ਰਹੀ ਸੀ, ਵੀਰ ਸੁਣ ਰਿਹਾ ਸੀ ਤੇ ਰੋ ਰਿਹਾ ਸੀ। ਸਰਹੰਦ ਦੀ ਧਰਤੀ ਤੋਂ ਤੁਰਿਆ ਰੋਂਦਾ ਹੋਇਆ ਨੂਰਾ ਮਾਹੀ ਮੰਜ਼ਲਾਂ ਨੂੰ ਮਾਰ ਕੇ ਰਾਏਕੋਟ ਦੀ ਧਰਤੀ ਉੱਤੇ ਪਹੁੰਚਿਆ। ਹਜ਼ੂਰ ਗੁਰਦੇਵ ਪਾਤਸ਼ਾਹ ਮਹਾਰਾਜ ਇੱਕ ਵਾਟ ਉੱਤੇ ਬੈਠੇ ਹੋਏ ਆ। ਨੂਰੇ ਮਾਹੀ ਨੂੰ ਤੱਕਿਆ, ਗੁਰਦੇਵ ਪਾਤਸ਼ਾਹ ਮਹਾਰਾਜ ਵਾਟ ਤੋਂ ਉੱਠ ਕੇ ਖਲੋ ਗਏ। ਹਜ਼ੂਰ ਨੇ ਪੱਬਾਂ ਉੱਤੇ ਭਾਰ ਪਾ ਕੇ ਆਵਾਜ਼ ਮਾਰ ਕੇ ਆਖਿਆ, ਨੂਰਿਆ ਦੌੜ ਕੇ ਆ, ਮੈਨੂੰ ਮੇਰੇ ਲਾਲਾਂ ਦੀ ਤੇ ਮੇਰੀ ਮਾਂ ਦੀ ਖਬਰ ਤੇ ਸੁੱਖ ਦਾ ਸੁਨੇਹਾ ਸੁਣਾ। ਨੂਰਾ ਮਾਹੀ ਦੌੜ ਕੇ ਆਇਆ, ਕਲਗੀਧਰ ਗੁਰਦੇਵ ਪਾਤਸ਼ਾਹ ਦੇ ਚਰਨਾਂ ਉੱਤੇ ਝੁਕਿਆ ਤੇ ਝੁਕਦਿਆਂ ਸਾਰ ਪਿਆਰੀ ਸਾਧ ਸਿੰਘ ਜੀ ਤਾਹਾ ਮਾਰ ਕੇ ਰੋਣ ਲੱਗ ਪਿਆ। ਨੂਰੇ ਮਾਹੀ ਨੂੰ ਰੋਂਦਿਆਂ ਹੋਇਆ ਕਲਗੀਧਰ ਗੁਰਦੇਵ ਪਾਤਸ਼ਾਹ ਮਹਾਰਾਜ ਨੇ ਪਿੱਠ ਪਲੋਸ ਕੇ ਪਿਆਰ ਕਰਕੇ ਚੁੱਪ ਕਰਨ ਵਾਸਤੇ ਕਿਹਾ। ਸਤਿਕਾਰਯੋਗ ਬੀਬੀਆਂ ਭੈਣਾਂ ਬੈਠੀਆਂ ਨੇ, ਘਰ ਵਿੱਚ ਛੋਟਾ ਬੱਚਾ ਰੋਂਦਾ ਹੋਵੇ, ਮਾਂ ਛਾਤੀ ਨਾਲ ਲਾ ਕੇ ਬੱਚੇ ਦੀ ਪਿੱਠ ਉੱਤੇ ਹੱਥ ਫੇਰ ਕੇ ਤੇ ਚੁੱਪ ਕਰਾਉਣ ਦਾ ਯਤਨ ਕਰਦੀ ਏ। ਦਾਦੀ ਦੇ ਕੋਲ ਪੋਤਰਾ ਰੋਂਦਾ ਹੋਵੇ, ਦਾਦੀ ਆਪਣੇ ਪੋਤਰੇ ਦੀ ਪਿੱਠ ਪਲੋਸ ਕੇ ਚੁੱਪ ਕਰਾਉਣ ਵਾਸਤੇ ਯਤਨ ਕਰਦੀ ਏ। ਇਸੇ ਤਰ੍ਹਾਂ ਕਲਗੀਧਰ ਗੁਰਦੇਵ ਪਾਤਸ਼ਾਹ ਮਹਾਰਾਜ ਨੇ ਬੱਚਿਆਂ ਦੇ ਵਾਂਗ ਰੋਂਦੇ ਹੋਏ ਨੂਰੇ ਮਾਹੀ ਦੀ ਪਿੱਠ ਪਲੋਸ ਕੇ ਗੁਰਦੇਵ ਪਾਤਸ਼ਾਹ ਮਹਾਰਾਜ ਨੇ ਧਰਵਾਸ ਦੇ ਕੇ ਆਖਿਆ, ਨੂਰਿਆ ਸਬਰ ਹੌਸਲੇ ਵਿੱਚ ਆ ਕੇ ਮੈਨੂੰ ਮੇਰੇ ਪੁੱਤਰਾਂ ਦੀ, ਮੈਨੂੰ ਮੇਰੀ ਮਾਂ ਦੀ ਆ ਕੇ ਗੱਲ ਦੱਸ। ਗੁਰਦੇਵ ਪਾਤਸ਼ਾਹ ਮਹਾਰਾਜ ਪਿਆਰ ਦੇ ਨਾਲ ਨੂਰੇ ਮਾਹੀ ਦੇ ਕੋਲੋਂ ਆਪਣੇ ਪੁੱਤਰਾਂ ਦੀ ਖਬਰ ਸੁਣਾਉਣ ਵਾਸਤੇ ਇੱਕ ਪਿਆਰ ਭਰੀ ਬੇਨਤੀ ਹੈ ਇਉਂ ਕਰ ਰਹੇ। ਦੋ ਦਾਦੀ ਤੇ ਦੋ ਨਾਲੇ ਆਪਣੇ ਤੇ ਵੰਡ ਇਸ ਤਰ੍ਹਾਂ ਪਾਈਏ ਪੁੱਤਰਾਂ ਦੀ। ਦੋ ਚਮਕੌਰ ਤੇ ਦੋ ਸਰਹੰਦ ਅੰਦਰ ਤੇ ਜੰਨ ਏਦਾਂ ਚੜਾਈਏ ਪੁੱਤਰਾਂ ਦੀ। ਨਿਰਛਲ ਮੌਤ ਦੇ ਨਾਲ ਵਿਆਹੇ ਗਏ ਨੇ, ਨਿਰਛਲ ਮੌਤ ਦੇ ਨਾਲ ਵਿਆਹੇ ਗਏ ਨੇ ਤੇ ਡੋਲੀ ਕਰਨੀ ਆਈਏ ਪੁੱਤਰਾਂ ਦੀ, ਤੇ ਡੋਲੀ ਕਰਨੀ ਆਈਏ ਪੁੱਤਰਾਂ ਦੀ। ਰਾਹੀ ਕੋਈ ਪਰੀਤ ਦੀਆਂ
ਮੰਜ਼ਲਾਂ ਦਾ ਇਹ ਮੰਜ਼ਲ ਏਦਾਂ ਮੁਕਾਵਦਾ ਵੇਖਿਆ ਨਾ ਪੈਰ ਪੈਰ ਤੇ ਰਾਜ ਨੂੰ ਮਾਰੇ ਠੋਕਰ ਤੇ ਹੀਰੇ ਲਾਲ ਲਟਾਵਦਾ ਵੇਖਿਆ ਨਾ ਹੋ ਹੱਸਾਂ ਜਿਹੇ ਪਿਆਰਿਆਂ ਪੁੱਤਰਾਂ ਨੂੰ ਇਹ ਝੋਲੀ ਵੱਧਦੀ ਪਾਵੰਦਾ ਵੇਖਿਆ ਨਾ ਹੋ ਪਿਤਾ ਕੋਈ ਵੀ ਪੁੱਤਰ ਦੀ ਲਾਸ਼ ਤੇ ਇਹ ਗੀਤ ਖੁਸ਼ੀ ਦੇ ਗਾਵਦਾ ਵੇਖਿਆ ਨਾ दाता हो के गैर गंभीर बोले, दाता हो के गैर गंभीर बोले, दाता हो के गैर गंभीर बोले, दाता हो के गैर गंभीर बोले। सबर हौसले विच तू आ माही मेरे सोहणिया हीरिया पुत्तरां दी, मेरे सोहणिया हीरिया पुत्तरां दी, मेरे सोहणिया हीरिया पुत्तरां दी, मेरे सोहणिया हीरिया पुत्तरां दी। सारी खोल के गल सुना माही मेरी मां जिन्ने मैनू पालिया ए, मेरी मां जिन्ने मैनू पालिया ए, मेरी मां जिन्ने मैनू पालिया ए, ते गई किस तरह जिंद कमा माही। मेरी मां जिन्ने मैनू पालिया ए, मेरी मां जिन्ने मैनू पालिया ए, मेरी मां जिन्ने मैनू पालिया ए, मेरी मां जिन्ने मैनू पालिया ए। किस तरह गई किस तरह जिंद कमा माही
ਮਾਹੀ। ਤੀਰ ਵਿੱਚ ਸਰਹੰਦ ਦੇ ਨਾਲ ਮੇਰੇ, ਤੀਰ ਵਿੱਚ ਸਰਹੰਦ ਦੇ ਨਾਲ ਮੇਰੇ, ਤੀਰ ਵਿੱਚ ਸਰਹੰਦ ਦੇ ਨਾਲ ਮੇਰੇ, ਤੇ ਗਏ ਕਿਸ ਤਰ੍ਹਾਂ ਜਿੰਦ ਕਮਾ ਮਾਹੀ। ਸਰਹੰਦ ਦੇ ਲਾਲ ਮੇਰੇ, ਤੀਰ ਵਿੱਚ ਸਰਹੰਦ ਦੇ ਲਾਲ ਮੇਰੇ, ਕਿਸ ਤਰ੍ਹਾਂ ਗਏ ਕਿਸ ਤਰ੍ਹਾਂ ਜਿੰਦ ਕਮਾ ਮਾਹੀ, ਗਏ ਕਿਸ ਤਰ੍ਹਾਂ ਜਿੰਦ ਕਮਾ ਮਾਹੀ। ਗੁਰਦੇਵ ਪਾਤਸ਼ਾਹ ਮਹਾਰਾਜ ਨੇ ਆਖਿਆ, ਨੂਰਿਆ 10 ਸਰਹੰਦ ਦੀ ਧਰਤੀ ਉੱਤੇ ਜ਼ਾਲਮ ਸਰਕਾਰ ਨੇ ਮੇਰੇ ਪੁੱਤਰਾਂ ਦੇ ਨਾਲ ਤੇ ਮੇਰੀ ਮਾਂ ਦੇ ਨਾਲ ਕੀ ਕੀਤਾ। ਜਿਹੜੀ ਤੂੰ ਖਬਰ ਲੈ ਕੇ ਆਇਆ ਉਹ ਖਬਰ ਦੱਸ। ਹਜ਼ੂਰ ਦੇ ਕੋਲ ਬੈਠਾ ਨੂਰਾ ਮਾਹੀ, ਜਿਹਨੂੰ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਧਰਵਾਸ ਦਿੰਦੇ ਆ। ਗੁਰਦੇਵ ਪਾਤਸ਼ਾਹ ਮਹਾਰਾਜ ਜੀ ਸਵਾਲ ਕਰਦੇ ਨੇ, ਸਿੱਖਾ ਡੋਲਿਆ ਕਿਉਂ ਏ ਗੁਰੂ ਰਾਖਾ, ਬਹਿ ਜਾ ਕੋਲ ਉਰੇ ਆ ਤਾਂ ਸਹੀ। ਹੋ ਕੇ ਸਿੱਖ ਤੇ ਚੜ੍ਹਦੀ ਕਲਾ ਵਾਲਾ, ਐਡਾ ਘਾਬਰੇ ਕਿਉਂ ਮੈਨੂੰ ਸਮਝਾ ਤਾਂ ਸਹੀ। ਅੜਿਆ ਦੱਸ ਮਾਂ ਜੀ ਨੇ ਕਿੱਥੇ, ਸੁਨੇਹਾ ਉਹਨਾਂ ਦਾ ਕੋਈ ਪਹੁੰਚਾ ਤਾਂ ਸਹੀ। ਜੋਰਾ ਵਰ ਤੇ ਫਤਿਹ ਉਦਾਸ ਤਾਂ ਨਹੀਂ, ਮੈਨੂੰ ਉਹਨਾਂ ਦੀ ਗੱਲ ਸੁਣਾ ਤਾਂ ਸਹੀ। ਹਾਏ ਕਮਲਿਆ ਤੂੰ ਤਾਂ ਰੋ ਰਿਹਾ ਏ, ਓਏ ਕਦੇ ਸੂਰਮੇ ਹੌਸਲਾ ਹਾਰਦੇ ਨੇ, ਸਿੱਖ ਸਤਿਗੁਰੂ ਦੇ ਤੇਗਾ ਮਾਰਦੇ ਨੇ, ਵਾਂਕਾਰਾਂ ਦੇ ਧਾਈਆਂ ਨਹੀਂ ਮਾਰਦੇ ਨੇ। ਸਿੱਖ ਨਾਲ ਜਕਲਮ ਦੇ ਜਿਹਾ ਰੁਨਾ, ਨੈਣਾ ਵਿੱਚੋਂ ਬਿਆਸਾ ਵਗਾ ਦਿੱਤੀ। ਰੋਏ ਜ਼ਮੀਨ ਅਸਮਾਨ ਤੇ ਰੁੱਖ ਬੂਟੇ, ਝੜੀ ਕੁਦਰਤ ਨੇ ਦਰਦ ਦੀ ਲਾ ਦਿੱਤੀ। ਸਿੱਖ ਮੱਸਾਂ ਜੇ ਬੋਲਿਆ ਪਾਤਸ਼ਾਹ, ਬੰਨੀ ਜ਼ੁਲਮ ਦੀ ਜ਼ਾਲਮਾ ਪਾ ਦਿੱਤੀ। ਸਿੱਖੀ ਅਣਕ ਦੇ ਸੋਹਲ ਕਲੇਜੜੇ ਤੇ ਮੁਗਲ ਰਾਜ ਨੇ ਛੁਰੀ ਚਲਾ ਦਿੱਤੀ। ਇੰਨੇ ਸਿੱਖਾਂ ਦੇ ਹੁੰਦਿਆਂ ਜੱਗ ਉੱਤੇ ਦਾਤਾ ਤੇਰੇ ਪੁੱਤਰਾਂ ਦੇ ਡੱਕਰੇ ਗਿਣੀਦੇ ਨੇ। ਜੋਰਾ ਵਰ ਤੇ ਫਤਿਹ ਸਰਹੰਦ ਅੰਦਰ, ਮਹਿਲਾਂ ਵਾਲੀਆਂ ਕੰਧਾਂ ਪਏ ਚਿੰਨਦੇ ਨੇ। ਮਹਾਰਾਜ ਨੇ ਸੁਣੀ ਤੇ ਕਹਿਣ ਲੱਗੇ, ਜਿੱਤੀ ਹੋਈ ਬਾਜੀ ਕਿਧਰੇ ਗਏ ਹਾਰ ਤਾਂ ਨਹੀਂ। ਸਿੱਖਾ ਛੇਤੀ ਦੱਸ ਮੈਨੂੰ, ਮਰਨ ਵੇਲੇ ਕਿਧਰੇ ਡੋਲ ਗਿਆ ਜੋਰਾ ਵਰ ਤਾਂ ਨਹੀਂ। ਰਿਆ ਖੇਡਦਾ ਨਾਲ ਖਡਾਉਣਿਆਂ ਦੇ, ਮੌਤ ਵੇਖ ਕੇ ਕਿਧਰੇ ਗਿਆ ਡਰ ਤਾਂ ਨਹੀਂ। ਸੀ ਮਾਸੂਮ ਗੁਰਪੁਰੀ ਜਾਣ ਵੇਲੇ, ਕਿਧਰੇ ਯਾਦ ਕਰਦਾ ਰਿਹਾ ਘਰ ਤਾਂ ਨਹੀਂ। ਸਿੱਖਾ ਛੇਤੀ ਦੱਸ ਮੈਨੂੰ, ਉਹਨਾਂ ਜ਼ਾਲਮਾਂ ਨੇ ਕੀਤੀ ਉਹਨਾਂ ਮਾਸੂਮਾਂ ਦੇ ਨਾਲ ਕੀ ਉਹਨਾਂ ਬਾਲ ਸ਼ਹੀਦਾਂ ਨੇ ਮਰਨ ਵੇਲੇ ਕੀਤੇ ਹੈ ਸਨ ਸਵਾਲ ਜਵਾਬ ਕੀ ਦਾਤਾ। ਉਹਨਾਂ ਜਾਂਦਿਆਂ ਵਿੱਚ ਕਚਹਿਰੀ ਦੇ ਗੱਜ ਕੇ ਫਤਿਹ ਗਜਾ ਦਿੱਤੀ। ਸਤ ਕਰਤਾਰ ਦਾ ਮਾਰ ਨਾਰਾ ਤਸਬੀਹ ਕਾਜੀ ਦੇ ਹੱਥ ਚੋਂ ਛੜਾ ਦਿੱਤੀ। ਸੂਬੇ ਆਖਿਆ ਕਰੋ ਸਲਾਮ ਮੁੰਡਿਓ, ਉਹਨਾਂ ਸਾਹਮਣੇ ਉਹ ਜੁੱਤੀ ਵਖਾ ਦਿੱਤੀ। ਜਦੋਂ ਉਹਨਾਂ ਤਲਵਾਰ ਦਾ ਖੌਫ ਦਿੱਤਾ, ਅੱਗੋਂ ਹੱਸ ਕੇ ਧੌਣ ਅਕੜਾ ਦਿੱਤੀ। ਫਤਿਹ ਸਿੰਘ ਨੇ ਕੜਕ ਕੇ ਕਿਹਾ ਅੱਗੋਂ, ਪਰਬਤ ਤੋਂ ਦਾਬਿਆਂ ਨਾਲ ਨਹੀਂ ਹਿੱਲ ਜਾਂਦੇ, ਅਸੀਂ ਅਸਲੀ ਫੁਲਾਦ ਦੇ ਡੱਕਰੇ ਹਾਂ, ਜਿਹੜੇ ਫੂਕਾ ਮਾਰਿਆ ਨਹੀਂ ਦਹਿਲ ਜਾਂਦੇ। ਕਲਗੀਧਰ ਗੁਰਦੇਵ ਪਾਤਸ਼ਾਹ ਮਹਾਰਾਜ ਨੇ ਆਖਿਆ, ਨੂਰਿਆ ਫਿਰ ਸਰਹੰਦ ਦੇ ਅੰਦਰ ਕੀ ਹੋਇਆ।
ਨੂਰਾ ਮਾਹੀ ਆਖਣ ਲੱਗਾ ਬਸ ਹੁਕਮ ਦੀ ਦੇਰ ਸੀ ਪਾਤਸ਼ਾਹ। ਉਹਨਾਂ ਸਾਹਿਬਜ਼ਾਦਿਆਂ ਨੂੰ ਕੰਧਾਂ ਵਿੱਚ ਚਿਣਨਾ ਸ਼ੁਰੂ ਕਰ ਦਿੱਤਾ। ਨੂਰਾ ਮਾਹੀ ਆਖਣ ਲੱਗਾ ਦਿੱਤਾ ਹੁਕਮ ਸੂਬੇ ਨੇ ਪਾਤਸ਼ਾਹ, ਇਹਨਾਂ ਜੀਂਦਿਆਂ ਨੂੰ ਕੰਧੀ ਚਨਾ ਦਿਓ, ਇਹਨਾਂ ਜੰਮਦੀਆਂ ਸੂਲਾਂ ਨੂੰ ਸਾੜ ਸੁੱਟੋ, ਫੜ ਕੇ ਸੱਪ ਦੇ ਪੁੱਤ ਮਕਾ ਦਿਓ, ਖੂਨ ਡੋਲ ਕੇ ਇਹਨਾਂ ਦੇ ਕਾਲਜੇ ਦਾ ਮੇਰੇ ਜਿਗਰ ਦੀ ਅੱਗ ਬੁਝਾ ਦਿਓ। ਬਸ ਹੁਕਮ ਦੀ ਦੇਰ ਸੀ ਰਾਜ ਭੈੜੇ, ਦੇਹਾਂ ਕੂਲੀਆਂ ਤੇ ਇੱਟਾਂ ਧਰਨ ਲੱਗੇ। ਉਧਰ ਮਰਨ ਵੇਲੇ ਤੇਰੇ ਭਗਤ ਪੁੱਤ ਵਾਹਿਗੁਰੂ ਵਾਹਿਗੁਰੂ ਕਰਨ ਲੱਗੇ। ਸ਼ੁਕਰ ਆਖ ਪਿਤਾ ਅਰਦਾਸ ਸੋਧੀ, ਤੂੰ ਹੀ ਰੱਖਿਆ ਲੱਗ ਦਤਾਰ ਮੇਰਾ, ਮੇਰੀ ਤੁਸ਼ ਜੀ ਭੇਟਾ ਪ੍ਰਵਾਨ ਹੋ ਗਈ। ਪੱਲਾ ਹੋ ਗਿਆ ਪਾਕ ਸਰਕਾਰ ਮੇਰਾ, ਤੇਰੀ ਅਮਾਨਤ ਦਿੱਤੀ ਮੋੜ ਤੈਨੂੰ, ਹੌਲਾ ਹੋ ਗਿਆ ਕਰਜ਼ ਦਾ ਭਾਰ ਮੇਰਾ। ਰੋਂਦੇ ਪਏ ਲੋਕ ਪਰ ਮੈਂ ਆਖਦਾ ਹਾਂ, ਸਫਲ ਹੋ ਗਿਆ ਅੱਜ ਪਰਿਵਾਰ ਮੇਰਾ। ਖੂਨ ਡੋਲ ਕੇ ਪੁੱਤਰਾਂ ਤੋਂ ਜਿਸ ਤਰ੍ਹਾਂ ਝੋਲੀ ਆਪਣੇ ਵਤਨ ਦੀ ਰੰਗਦਾ ਹਾਂ, ਤਿਵੇਂ ਮੇਰਾ ਵੀ ਇੱਥੇ ਸਰੀਰ ਲੱਗੇ, ਤੇਥੋਂ ਦਾਤਾ ਕਰਤਾਰ ਇਹ ਮੰਗਦਾ ਹਾਂ, ਤੇਥੋਂ ਦਾਤਾ ਕਰਤਾਰ ਇਹ ਮੰਗਦਾ ਹਾਂ। ਇਹ ਬਚਨ ਸਾਂਝੇ ਕਰਦਿਆਂ ਹੋਇਆ ਗੁਰਦੇਵ ਪਾਤਸ਼ਾਹ ਮਹਾਰਾਜ ਨੇ ਤੀਰ ਦੀ ਨੋਕ ਦੇ ਨਾਲ ਕਾਈ ਦੇ ਬੂਟੇ ਦੀਆਂ ਜੜ੍ਹਾਂ ਵੱਢ ਕੇ ਇਸ ਕਾਈ ਦੇ ਬੂਟੇ ਨੂੰ ਪੁੱਟ ਕੇ ਜ਼ਮੀਨ ਉੱਤੇ ਸੁੱਟ ਕੇ ਕਲਗੀਧਰ ਗੁਰਦੇਵ ਪਾਤਸ਼ਾਹ ਮਹਾਰਾਜ ਨੇ ਆਖਿਆ ਨੂਰਿਆ ਲੈ ਜ਼ਾਲਮ ਹਕੂਮਤ ਦੀਆਂ ਅੱਜ ਤੋਂ ਜੜ੍ਹਾਂ ਪੁੱਟੀਆਂ ਗਈਆਂ। ਹਜ਼ੂਰ ਦੇ ਕਹੇ ਹੋਏ ਬਚਨ ਸੱਚ ਹੋਏ। ਰਾਏ ਕੱਲੇ ਤੇ ਨੂਰੇ ਮਾਹੀ ਨੇ ਗੁਰੂ ਦੀ ਰੱਜ ਕੇ ਸੇਵਾ ਕੀਤੀ। ਰਾਏ ਕੱਲੇ ਦੇ ਪਰਿਵਾਰ ਉੱਤੇ ਅਨੇਕਾਂ ਬਖਸ਼ਿਸ਼ਾਂ ਕਰਕੇ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਇੱਥੋਂ ਫਿਰ ਖਤਰਾਣੇ ਦੀ ਢਾਬ ਵੱਲ ਨੂੰ ਕਿਵੇਂ ਦਮਦੇ ਨੇ। ਫਿਰ ਕਿਤੇ ਮੌਕਾ ਨਸੀਬ ਹੋਇਆ ਆਸ ਸਿੱਖ ਸੰਗਤਾਂ ਦੇ ਦਰਸ਼ਨਦਾਰੇ ਕਰਨ ਵਾਸਤੇ ਇਸ ਤੋਂ ਅਗੇਰਲਾ ਇਤਿਹਾਸ ਦਾ ਪੱਤਰਾ ਆਸ ਸਿੱਖ ਸੰਗਤਾਂ ਨਾਲ ਸਾਂਝਾ ਕੀਤਾ ਜਾਵੇਗਾ। ਆਪ ਵੱਡੇ ਭਾਗਾਂ ਵਾਲੇ ਜੋ ਆਪਣੀ ਜ਼ਿੰਦਗੀ ਦੇ ਵਿੱਚੋਂ ਸਮਾਂ ਕੱਢ ਕੇ ਕਲਗੀਧਰ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੇ ਪਰਿਵਾਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਗੁਰੂ ਪਾਤਸ਼ਾਹ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਹਾਜ਼ਰ ਹੋਏ, ਜੋ ਸਤਿਗੁਰੂ ਮਹਾਰਾਜ ਜੀ ਕਦਮ ਕਦਮ ਲੇਖੇ ਵਿੱਚ ਲਾਉਣ, ਸਿਰ ਦੇ ਉੱਤੇ ਮੇਰਾ ਭਰਿਆ ਹੱਥ ਰੱਖਣ। ਸਤਿਕਾਰ ਜੋ ਗੁਰੂ ਕੀਆਂ ਸਿੱਖ ਸੰਗਤਾਂ ਵੱਲੋਂ, ਵੀਰਾਂ ਵੱਲੋਂ, ਬੀਬੀਆਂ ਭੈਣਾਂ ਵੱਲੋਂ ਇਤਿਹਾਸ ਤੇ ਮਾਣ ਸਤਿਕਾਰ ਵਿੱਚ ਇਤਿਹਾਸ ਪੇੜ ਮਾਇਆ ਹਾਜ਼ਰ ਹੋਈ ਏ। ਸਮੁੱਚੀ ਸੰਗਤ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰੀਏ। ਜਿਹੜੇ ਨੌਜਵਾਨ ਵੀਰ ਅੱਗੇ ਲਾ ਕੇ ਚੌਥਾ ਮਹਾਨ ਗੁਰਮਤਿ ਸ਼ਹੀਦੀ ਸਮਾਗਮ ਮਨਾ ਰਹੇ ਆ, ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਦਿਆਂ ਹੋਇਆਂ ਗੱਜ ਕੇ ਕਹਿ ਦਿਓ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸਮੁੱਚੀਆਂ ਸੰਗਤਾਂ ਦਾ ਧੰਨਵਾਦ, ਕੋਟਨ ਕੋਟ ਧੰਨਵਾਦ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਤਿਕਾਰਯੋਗ ਸਾਊਂਡ ਵਾਲੇ ਵੀਰ ਦਾ, ਜਿਨ੍ਹਾਂ ਨੇ ਸਾਊਂਡ ਵਧੀਆ ਲਾਇਆ ਏ, ਸੈਟਿੰਗ ਪਿਆਰੀ ਕੀਤੀ ਏ। ਗੁਰੂ ਪਾਤਸ਼ਾਹ ਮੇਰਾ ਭਰਿਆ ਹੱਥ ਰੱਖੇ। ਮਾਲਵਾ ਟੀਵੀ ਵਾਲੇ ਸਤਿਕਾਰਯੋਗ ਮੇਰੇ ਦਿਲੀ ਮਿੱਤਰ ਨੇ ਵੀਰ ਜੀ, ਉਹ ਜਿਹੜੇ ਰਿਕਾਰਡਿੰਗ ਕਰ ਰਹੇ ਆ, ਜਿਹੜੇ ਤੁਹਾਡੇ ਨਗਰ ਦੇ ਤੇ ਇਲਾਕੇ ਦੇ ਬੱਚੇ ਵਿਦੇਸ਼ਾਂ ਦੀ ਧਰਤੀ ਉੱਤੇ ਬੈਠੇ ਆ, ਇੰਟਰਨੈਟ ਦੇ ਮਾਧਿਅਮ ਰਾਹੀਂ ਇਸ ਸ਼ਹੀਦੀ ਗੁਰਮਤਿ ਸਮਾਗਮ ਦੇ ਦਰਸ਼ਨਦਾਰੇ ਕਰ ਰਹੇ ਆ। ਗੁਰੂ ਕਾ ਇਤਿਹਾਸ, ਗੁਰੂ ਕੀ ਬਾਣੀ ਸਰਵਣ ਕਰ ਰਿਹਾ। ਇਹਨਾਂ ਮਾਲਵੇ ਟੀਵੀ ਵਾਲੇ ਵੀਰਾਂ ਦਾ ਧੰਨਵਾਦ, ਸਮੁੱਚੇ ਪ੍ਰਬੰਧਕਾਂ ਦਾ ਧੰਨਵਾਦ ਕਰਦਾ ਹੋਇਆ ਚਵਿੰਡੇ ਦਾ ਢੱਡ ਜੱਥਾ ਹੋਈਆਂ ਭੁੱਲਾਂ ਦੀ ਖਿਮਾ ਮੰਗਦਾ ਏ। ਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਅਰਦਾਸ ਕਰਿਓ। ਪਾਤਸ਼ਾਹ ਆਪਣੇ ਬੱਚਿਆਂ ਦੇ ਸਿਰ ਦੇ ਉੱਤੇ ਮੇਰਾ ਭਰਿਆ ਹੱਥ ਰੱਖ ਕੇ ਇਸੇ ਤਰ੍ਹਾਂ ਗੁਰੂ ਇਤਿਹਾਸ ਗੁਰਬਾਣੀ ਦੀ ਸੇਵਾ ਲੈਣ ਦੀ ਕਿਰਪਾਲਤਾ ਕਰਿਓ। ਅੰਮ੍ਰਿਤ ਛਕੋ, ਸਿੰਘ ਸਜੋ, ਕਲਗੀਧਰ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੇ ਧੀਆਂ ਪੁੱਤਰ ਬਣ ਕੇ ਇਸ ਸੰਸਾਰ ਦੇ ਉੱਤੇ ਆਪਾਂ ਆਪਣਾ ਜੀਵਨ ਜੀਏ। ਬਹੁਤ ਹੀ ਸਤਿਕਾਰਯੋਗ ਸਿੱਖ ਪੰਥ ਦੀ ਧਾਰਮਿਕ ਸ਼ਖਸੀਅਤ, ਜਿਨ੍ਹਾਂ ਉੱਤੇ ਗੁਰੂ ਦੀ ਬੜੀ ਅਪਾਰ ਬਖਸ਼ਿਸ਼ ਰਹਿਮਤ ਏ। ਮੇਰੀ ਕਹਿਣ ਤੋਂ ਮੁਰਾਦ ਸਤਿਕਾਰਯੋਗ ਬਾਬਾ ਗੁਲਾਬ ਸਿੰਘ ਜੀ, ਜਿਨ੍ਹਾਂ ਨੇ ਸਾਡੇ ਤੋਂ ਬਾਅਦ ਆ ਸੰਗਤਾਂ ਦੇ ਦਰਸ਼ਨਦਾਰੇ ਕਰਨ ਵਾਸਤੇ ਹਾਜ਼ਰ ਹੋਣਾ ਏ। ਅਨੇਕਾਂ ਵਾਰ ਸਾਡਾ ਸਟੇਜ ਉੱਤੇ ਮਿਲਾਪ ਹੋਇਆ ਏ। ਪਿਛਲੇ ਦਿਨਾਂ ਵਿੱਚ ਪਿੰਡ ਰਟੌਲ ਦੀ ਧਰਤੀ ਉੱਤੇ ਧੰਨ ਧੰਨ ਅਮਰ ਸ਼ਹੀਦ ਭਾਈ ਮਹਾਂ ਸਿੰਘ ਦੇ ਪਾਵਨ ਸਥਾਨ ਦੇ ਉੱਤੇ ਵੀ ਅਸੀਂ ਇਕੱਠੇ ਸਾਂ। ਪਿਆਰੀ ਸਾਧ ਸਿੰਘ ਜੀ ਰਈਏ ਦੇ ਲਾਗੇ
ਕੋਈ ਮਹੀਨਾ ਕੁ ਹੋ ਗਿਆ ਸਮਾਗਮ ਲੰਘਿਆ, ਉੱਥੇ ਵੀ ਅਸੀਂ ਇਕੱਠੇ ਸਾਂ। ਅੱਜ ਫਿਰ ਗੁਰੂ ਨੇ ਕਿਰਪਾ ਕਰ ਦਿੱਤੀ, ਬਾਬਾ ਗੁਲਾਬ ਸਿੰਘ ਜੀ ਹੋਣਾ ਦੇ ਨਾਲ ਮਿਲਾਪ ਕਰਾਇਆ ਏ। ਗੁਰੂ ਪਾਤਸ਼ਾਹ ਸਿਰ ਦੇ ਉੱਤੇ ਮੇਰਾ ਪ੍ਰਿਆ ਹੱਥ ਰੱਖ। ਕਿਸੇ ਵੀਰ ਜਾਂ ਸਤਿਕਾਰਯੋਗ ਭੈਣ ਦਾ ਮੋਬਾਈਲ ਡਿੱਗ ਪਿਆ ਏ, ਪ੍ਰਬੰਧਕ ਜਨ ਵੀਰਾਂ ਦੇ ਕੋਲ ਪਹੁੰਚਿਆ, ਆਪਣਾ ਨੰਬਰ ਦੱਸ ਕੇ ਤੁਸੀਂ ਮੋਬਾਈਲ ਪ੍ਰਾਪਤ ਕਰ ਸਕਦੇ ਜੋ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ੋ ਤੇ ਗੱਜ ਕੇ ਕਹਿ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।